ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਸਮਾਂ ਸੰਭਾਲ ਕੇ ਰੱਖਿਆ, ਮਦਦ ਨਿਗਹਿਬਾਨੀ ਰਖਵਾਲੀ ਕੀਤੀ ਆ ਔਰ ਸਭ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਅੱਜ ਪਰਮੇਸ਼ਰ ਦਾ ਜਿਉਂਦਾ ਵਚਨ ਫਿਰ ਅਸੀਂ ਸੁਣ ਲਈ ਜਾ ਰਹੇ ਹਾਂ। ਅੱਜ ਦਾ ਵਿਸ਼ਾ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ 'ਤੇ ਦੇਖ ਸਕਦੇ ਹੋ, ਨਵਾਂ ਦਿਲ। ਅੱਜ ਪਰਮੇਸ਼ਰ ਦੇ ਵਚਨ ਜੋ ਅਸੀਂ ਸਿੱਖਣ ਲਈ ਜਾ ਰਹੇ ਹਾਂ ਜਾਂ ਸੁਣ ਲਈ ਜਾ ਰਹੇ ਹਾਂ, ਅੱਜ ਪਰਮੇਸ਼ਰ ਸਾਡੇ ਇਹ ਦਿਲਾਂ ਦੇ ਬਾਰੇ, ਜੋ ਸਾਡਾ ਦਿਲ ਆ ਜਾਂ ਜਿਸ ਦਿਲ ਜਾਂ ਜਿਸ ਮਨ ਦੇ ਨਾਲ ਅਸੀਂ ਚੱਲਦੇ ਹਾਂ, ਉਹਨਾਂ ਮਨਾਂ ਜਾਂ ਉਹਨਾਂ ਦਿਲਾਂ 'ਤੇ ਆਪਣੇ ਵਚਨਾਂ ਦੁਆਰਾ ਪ੍ਰਕਾਸ਼ ਜਾਂ ਰੋਸ਼ਨੀ ਪਾਉਣ ਲਈ ਜਾ ਰਹੇ ਨੇ। ਤੋ ਆਈਏ ਕੁਝ ਵਚਨ ਅਸੀਂ ਪੜ੍ਹਦੇ ਹਾਂ, ਉਸ ਤੋਂ ਬਾਅਦ ਅਸੀਂ ਇਹਨਾਂ ਸਾਰੇ ਵਚਨਾਂ ਦੀ ਹੌਲੀ ਹੌਲੀ ਵਿਆਖਿਆ ਕਰਾਂਗੇ। ਇਹਨਾਂ ਦੇ ਭੇਤ ਜਾਂ ਜੋ ਪ੍ਰਕਾਸ਼ ਨੇ ਜੋ ਪ੍ਰਭੂ ਦਏਗਾ ਉਹਨਾਂ ਨੂੰ ਸਿੱਖਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੋ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਅਸੀਂ ਮਰਕਸ ਦੀ ਇੰਜੀਲ 7 ਬਾਬ ਉਹਦਾ 21, 22 ਔਰ 23 ਵਚਨ ਪੜ੍ਹਦੇ ਹਾਂ। ਮਰਕਸ ਦੀ ਇੰਜੀਲ 7 ਦਾ 21 ਤੋਂ ਲੈ ਕੇ 23 ਤੱਕ। ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜਨਾਹਕਾਰੀਆਂ, ਲੋਭ, ਬਦੀਆਂ, ਛਲ, ਮਸਤੀ। ਜਦੋਂ ਅਸੀਂ ਵਚਨ ਪੜ੍ਹਦੇ ਹਾਂ ਤਾਂ ਜ਼ਿਆਦਾਤਰ ਲੋਕ ਇਸ ਵਚਨ ਤੇ ਬਹਿਸ ਕਰਦੇ ਨੇ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜੀ ਚੀਜ਼ ਬਾਹਰੋਂ ਸਾਡੇ ਅੰਦਰ ਜਾਂਦੀ ਆ ਉਹ ਸਾਨੂੰ ਅਸ਼ੁੱਧ ਨਹੀਂ ਕਰਦੀ, ਜਿਹੜੀ ਸਾਡੇ ਅੰਦਰੋਂ ਬਾਹਰ ਆਉਂਦੀ ਆ ਉਹ ਸਾਨੂੰ ਅਸ਼ੁੱਧ ਕਰਦੀ ਆ। ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਸਮਝਣਾ ਜ਼ਰੂਰੀ ਹੈ, ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ। ਅਸੀਂ ਆਪਣੀ ਥਿਊਰੀ ਦੇ ਨਾਲ ਜਾਂ ਅਸੀਂ ਆਪਣੇ ਤਰੀਕੇ ਦੇ ਨਾਲ ਜੇਕਰ ਇਹਨਾਂ ਵਚਨਾਂ ਨੂੰ ਪੇਸ਼ ਕਰਦੇ ਰਹੇ ਜਾਂ ਇਹਨਾਂ ਵਚਨਾਂ ਨੂੰ ਸੋਚਦੇ ਰਹੇ ਕਿ ਬਾਹਰੋਂ ਕੀ ਅੰਦਰ ਜਾਂਦਾ ਤੇ ਅੰਦਰੋਂ ਕੀ ਬਾਹਰ ਆਉਂਦਾ ਆ, ਜੇਕਰ ਇਸ ਚੀਜ਼ ਦੀ ਪੂਰੀ ਸਟੀਕ ਜਾਣਕਾਰੀ ਨਹੀਂ ਹੋਈ ਤਾਂ ਸਾਡਾ ਆਤਮਿਕ ਜੀਵਨ ਹਮੇਸ਼ਾ ਦੇ ਲਈ ਬਰਬਾਦ ਹੋ ਜਾਵੇਗਾ। ਇਸ ਕਾਰਨ ਧਿਆਨ ਰੱਖੋ, ਇਸ ਕਾਰਨ ਯਾਦ ਰੱਖੋ ਕਿ ਇਹ ਪਰਮੇਸ਼ਰ ਦਾ ਵਚਨ ਕਹਿਣਾ ਕੀ ਚਾਹੁੰਦਾ। ਹੁਣ ਜ਼ਿਆਦਾਤਰ ਲੋਕ ਇੱਕ ਬਹਾਨਾ ਬਣਾਉਂਦੇ ਨੇ, ਕੁਝ ਵੀ ਉਹ ਕਰਨ, ਉਹ ਕਹਿੰਦੇ ਮੇਰਾ ਦਿਲ ਸਾਫ਼ ਆ, ਹੈ ਨਾ। ਕਈ ਲੋਕਾਂ ਨੂੰ ਰੋਕਦੇ ਆ, ਕਈ ਲੋਕਾਂ ਨੂੰ ਕਹਿੰਦੇ ਵੀ ਇਹਨਾਂ ਫੈਸ਼ਨੇਬਲ ਨਾ ਬਣ ਪਈ, ਇਹਨਾਂ ਫੈਸ਼ਨੇਬਲ ਨਾ ਬਣਿਆ ਕਰ। ਉਹ ਸਿੰਪਲ ਔਰ ਇੱਕ ਮਨ ਘੜਤ ਔਰ ਪਿੱਛੋਂ ਜੋ ਬਾਬੇ ਆਦਮ ਦੇ ਸਮੇਂ ਤੋਂ ਤੁਰਿਆ ਆ ਰਿਹਾ ਇੱਕ ਜਵਾਬ ਹੈ। ਉਹ ਕਿਹੜਾ ਜਵਾਬ ਦਿੰਦਾ? ਮੇਰਾ ਮਨ ਕੀ ਆ ਬਈ। ਜੇ ਮਨ ਸਾਫ਼ ਆ ਤੇ ਤਨ ਵੀ ਸਾਫ਼ ਹੋਣਾ ਚਾਹੀਦਾ ਆ। ਕੱਲੇ ਮਨ ਸਾਫ਼ ਦੇ ਨਾਲ ਕੁਝ ਨਹੀਂ ਬਣਨਾ। ਜੋ ਸਾਡਾ ਮਨ ਆ, ਜੋ ਸਾਡਾ ਦਿਲ ਆ, ਉਹੀ ਤੇ ਸਾਰਾ ਕੁਝ ਸਾਡੇ ਸਰੀਰ ਤੇ ਪ੍ਰਗਟ ਹੁੰਦਾ ਆ। ਇੱਥੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਕਹਿੰਦਾ ਸਾਡੇ ਦਿਲ ਦੇ ਵਿੱਚੋਂ ਕੀ ਨਿਕਲਦਾ ਆ। ਪੜ੍ਹੀਏ। ਕਿਉਂਕਿ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ। ਹੁਣ ਮਨੁੱਖ ਦੇ ਦਿਲ ਵਿੱਚੋਂ ਕਿਹੜੀ ਚੀਜ਼ ਭ੍ਰਿਸ਼ਟ ਕਰਦੀ ਹੈ ਸਾਨੂੰ? ਬੁਰੇ ਖਿਆਲ ਭ੍ਰਿਸ਼ਟ ਕਰਦੇ ਨੇ। ਹਾਂ। ਹਰਾਮਕਾਰੀਆਂ, ਹਾਂ। ਚੋਰੀਆਂ, ਹਾਂ। ਖੂਨ, ਹਾਂ। ਜਨਾਹਕਾਰੀਆਂ, ਲੋਭ, ਇਹ ਸਭ ਇਹਨਾਂ ਚੀਜ਼ਾਂ ਦੇ ਵਿਚਾਰ ਨਿਕਲਦੇ ਨੇ। ਇਹ ਖੂਨ, ਜਨਾਹਕਾਰੀਆਂ ਅੰਦਰੋਂ ਨਹੀਂ ਨਿਕਲ ਰਹੀਆਂ, ਅਸਲ 'ਚ ਇਹਨਾਂ ਦੇ ਵਿਚਾਰ ਨਿਕਲ ਰਹੇ ਨੇ। ਤੇ ਜਦੋਂ ਇਹਨਾਂ ਵਿਚਾਰਾਂ ਤੇ ਕੀ ਹੈ ਜੀ, ਦੁਬਾਰਾ ਪੜੋ ਜਰਾ, ਅੰਦਰੋਂ ਕੀ ਨਿਕਲਦਾ? ਕਿਉਂਕਿ ਬੁਰੇ ਖਿਆਲ, ਹਰਾਮਕਾਰੀ ਦਾ ਵੀ ਖਿਆਲ ਕਿੱਥੋਂ ਨਿਕਲਣਾ? ਅੰਦਰੋਂ ਨਿਕਲਣਾ। ਹਾਂ। ਚੋਰੀ ਕਰਨ ਦਾ ਖਿਆਲ ਵੀ ਅੰਦਰੋਂ ਨਿਕਲਣਾ। ਖੂਨ, ਹਾਂ। ਜਨਾਹਕਾਰੀਆਂ, ਹਾਂ। ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿਕਲਦੀ ਹੈ। ਮਤਲਬ ਕੁਝ ਵੀ ਨਹੀਂ ਛੱਡਿਆ। ਇੱਥੋਂ ਤੱਕ ਪਰਮੇਸ਼ਰ ਦਾ ਵਚਨ ਕਹਿੰਦਾ ਤੁਸੀਂ ਜੋ ਮੂਰਖਤਾਈ ਕਰਦੇ ਹੋ ਨਾ, ਮੂਰਖਤਾਈ ਵੀ ਕਿੱਥੋਂ ਨਿਕਲਦੀ ਆ। ਤੇ ਇਹ ਚੀਜ਼ਾਂ ਫਿਰ ਤੁਹਾਨੂੰ ਕੀ ਕਰਦੀਆਂ ਨੇ? ਪੜ੍ਹੀਏ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਹਨ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਹੁਣ ਸ਼ਰਾਬ ਪੀਣ ਵਾਲਾ ਸ਼ਰਾਬੀ ਕੀ ਕਹਿੰਦਾ? ਕਹਿੰਦਾ ਨਹੀਂ ਜੀ, ਬਾਈਬਲ ਕਹਿੰਦੀ ਆ ਕਿ ਇਹ ਸ਼ਰਾਬ ਬਾਹਰੋਂ ਅੰਦਰ ਜਾਂਦੀ ਹੈ, ਇਸ ਕਰਕੇ ਮੈਨੂੰ ਇਹ ਨਹੀਂ ਕੀ ਕਰਦੀ, ਇਹ ਭ੍ਰਿਸ਼ਟ ਨਹੀਂ ਕਰਦੀ। ਪਰ ਸ਼ਰਾਬ ਪੀਣ ਦਾ ਖਿਆਲ ਤੇ ਅੰਦਰੋਂ ਹੀ ਨਿਕਲਿਆ ਨਾ। ਜਦੋਂ ਖਿਆਲ ਅੰਦਰੋਂ ਨਿਕਲਿਆ ਆ ਜਾਂ ਕਿਸੇ ਵੀ ਚੀਜ਼ ਦਾ, ਕਿਸੇ ਪਾਪ ਦਾ ਖਿਆਲ ਅੰਦਰੋਂ ਨਿਕਲਿਆ, ਤੂੰ ਉਦੋਂ ਹੀ ਕੀ ਹੋ ਚੁੱਕਾ ਆ? ਭ੍ਰਿਸ਼ਟ ਉਦੋਂ ਹੀ ਹੋ ਚੁੱਕਾ। ਕਿਉਂਕਿ ਪਰਮੇਸ਼ਰ ਦਾ ਵਚਨ ਕੀ ਦੱਸਦਾ ਆ? ਪੁਰਾਣਾ ਨਿਯਮ ਪਾਪ ਕਰਨ ਤੇ ਸਜ਼ਾ ਦਿੰਦਾ ਸੀ ਔਰ ਉਹਦੇ ਵਾਸਤੇ 1 ਜਾਂ 2 ਕੀ ਹੋਣੇ ਚਾਹੀਦੇ ਸੀ। ਅਸੀਂ ਨਵੇਂ ਨਿਯਮ ਦੇ ਆ, ਯਾਦ ਰੱਖਿਓ, ਨਵਾਂ ਨਿਯਮ ਸੋਚਣ ਦੀ ਵੀ ਕੀ ਦਿੰਦਾ ਆ? ਸਜ਼ਾ ਦਿੰਦਾ। ਸੋਚੇ ਗਏ ਪਾਪ ਦੀ ਵੀ ਕੀ ਦਿੰਦਾ ਆ?
ਇਹਦੇ 'ਚ ਗਵਾਵਾਂ ਦੀ ਲੋੜ ਨਹੀਂ। ਤੂੰ ਸੋਚ ਲਿਆ, ਸਰਵ ਸ਼ਕਤੀਮਾਨ ਤੇਰੇ ਮਨ ਦੀਆਂ ਭਾਵਨਾਵਾਂ ਨੂੰ ਕੀ ਕਰਦਾ ਆ, ਜਾਂਚਦਾ। ਪੁਰਾਣੇ ਨਿਯਮ ਦੇ ਨਹੀਂ, ਅਸੀਂ ਨਵੇਂ ਨਿਯਮ ਦੇ ਹਾਂ, ਯਿਸੂ ਮਸੀਹ ਤੋਂ ਬਾਅਦ ਦੇ ਹਾਂ। ਇਸ ਕਰਕੇ ਮਨ ਦੀਆਂ ਭਾਵਨਾ, ਅਸੀਂ ਕੀ ਸੋਚਦੇ, ਅਸੀਂ ਕਰ ਲਿਆ ਤੇ ਪਰਮੇਸ਼ਰ ਮਾਫ ਕਰ ਦੇਗਾ, ਅਸੀਂ ਪਾਪ ਕਰ ਲਿਆ ਤੇ ਪਰਮੇਸ਼ਰ ਬਖਸ਼ ਦੇਗਾ। ਤੂੰ ਸੋਚ ਲਿਆ, ਪਰਮੇਸ਼ਰ ਤੈਨੂੰ ਛੱਡੇਗਾ ਨਹੀਂ, ਕਿਉਂਕਿ ਨਵੇਂ ਨਿਯਮ 'ਚ ਪ੍ਰਵੇਸ਼ ਕਰ ਚੁੱਕਾ, ਨਵਾਂ ਕਾਨੂੰਨ ਹੈ ਤੇਰੇ ਤੇ ਲਾਗੂ। ਇਸ ਕਰਕੇ ਪਰਮੇਸ਼ਰ ਦਾ ਵਚਨ ਤਾਂ ਹੀ ਕਹਿੰਦਾ, ਸਭ ਤੋਂ ਵੱਧ ਕੇ ਆਪਣੇ ਦਿਲ ਦੀ ਕੀ ਕਰ, ਚੌਕਸੀ ਕਰ, ਆਪਣੇ ਮਨ ਦੀ ਚੌਕਸੀ ਕਰ। ਕਿਉਂ? ਜੋ ਜੀਵਨ ਦੀਆਂ ਧਾਰਾਂ ਕਿੱਥੋਂ ਨਿਕਲਦੀਆਂ ਨੇ, ਉੱਥੋਂ ਹੀ ਨਿਕਲਦੀਆਂ ਨੇ। ਜਿਹੜਾ ਤੇਰਾ ਦਿਲ ਪੰਪ ਕਰ ਰਿਹਾ ਨਾ, ਇਹ ਜੋ ਧੜਕ ਰਿਹਾ ਆ, ਹਰ ਧੜਕਣ ਦੇ ਨਾਲ ਇਹ ਬੁਰਾ ਵੀ ਸੋਚ ਸਕਦਾ ਆ ਤੇ ਹਰ ਧੜਕਣ ਦੇ ਨਾਲ ਇਹ ਸ਼ੁੱਧ ਵੀ ਸੋਚ ਸਕਦਾ ਆ। ਪਰ ਬਾਈਬਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੀ ਕਹਿੰਦੀ ਆ? ਕਹਿੰਦੀ ਕਿ ਵਚਨ ਪੜ੍ਹਦੀ ਹੈ ਯਿਰਮੀਆ ਦੀ ਕਿਤਾਬ 17 ਬਾਪ 9 ਵਚਨ। ਯਿਰਮੀਆ 17 ਬਾਪ 9 ਵਚਨ ਪੜ੍ਹੀਏ। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਦਿਲ ਸਭ ਚੀਜ਼ਾਂ ਨਾਲੋਂ ਨੰਬਰ 1 ਤੇ ਕੀ ਹੈ? ਧੋਖੇਬਾਜ਼ ਆ ਨਾ। ਉਹ ਪੁੱਜ ਕੇ ਖਰਾਬ, ਔਰ ਦੂਸਰਾ ਸਭ ਚੀਜ਼ਾਂ ਨਾਲੋਂ ਵੀ ਪੁੱਜ ਕੇ ਕੀ ਹੈ? ਖਰਾਬ ਆ। ਹਾਂ, ਉਹਨੂੰ ਕੌਣ ਜਾਣ ਸਕਦਾ ਹੈ? ਇਹਨੂੰ ਕੌਣ ਜਾਣ ਸਕਦਾ ਹੈ? ਮੇਰੇ ਪਿਆਰਿਓ, ਤਾਂ ਹੀ ਤੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ? ਕਦੇ ਆਤਮਿਕ ਜੀਵਨ ਚ ਆਤਮਿਕ ਇਨਸਾਨ ਆਪਣੇ ਦਿਲ ਦੀ ਨਹੀਂ ਮੰਨਦਾ। ਜੇਕਰ ਕਿਤੇ ਐਸਾ ਸਮਾਂ ਆ ਜਾਏ ਤੁਹਾਨੂੰ ਆਪਣੇ ਦਿਲ ਦੀ ਮੰਨਣੀ ਪਵੇ, ਜਾਂ ਤੁਹਾਡਾ ਦਿਲ ਇਹ ਕੰਮ ਕਰਨ ਨੂੰ ਮਜਬੂਰ ਕਰੇ, ਜਾਂ ਕਿ ਮੇਰਾ ਦਿਲ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ, ਯਾਦ ਰੱਖਿਓ, ਦਿਲ ਬਾਈਬਲ ਕੀ ਕਹਿੰਦੀ ਹੈ? ਤੁਹਾਡਾ ਦਿਲ ਕੀ ਆ? ਪੁੱਜ ਕੇ ਖਰਾਬ ਆ। ਔਰ ਸਭ ਤੋਂ ਜ਼ਿਆਦਾ ਬੇਈਮਾਨ ਵੀ ਇਹੋ ਹੀ ਆ। ਸ਼ੈਤਾਨ ਜਰਾ ਜਿੰਨਾ ਥੋੜਾ ਜਿਹਾ ਕੋਈ ਇੱਛਾਵਾਂ ਦਾ ਜਾਂ ਕਿਸੇ ਵੀ ਚੀਜ਼ ਦਾ ਲੋਭ ਤੁਹਾਡੇ ਜੀਵਨ 'ਚ ਲੈ ਕੇ ਆਏਗਾ ਨਾ, ਉਹ ਸਭ ਤੋਂ ਪਹਿਲਾਂ ਤੁਹਾਡੇ ਦਿਲ ਤੇ ਦਿਮਾਗ ਤੇ ਅਸਰ ਕਰੇਗਾ। ਇਸੇ ਤਰ੍ਹਾਂ ਹੀ ਜਦੋਂ ਆਦਮ ਤੇ ਹਵਾ ਦੇ ਨਾਲ ਹੋਇਆ, ਸ਼ੈਤਾਨ ਛੋਟਾ ਜਿਹਾ ਇੱਕ ਤੀਰ ਚਲਾ ਗਿਆ ਕਿ ਇਹ ਫਲ ਤੁਹਾਨੂੰ ਕਿਤੇ ਵਰਗਾ ਬਣਾ ਦੇਗਾ। ਲਿਖਿਆ ਉਹ ਫਲ ਫਿਰ ਹਵਾ ਨੂੰ ਖਾਣ 'ਚ ਵੀ ਸਵਾਦ, ਵੇਖਣ 'ਚ ਸੋਹਣਾ ਤੇ ਅਕਲ ਦੇਣ ਨੂੰ ਕੀ ਲੱਭਦਾ ਏ? ਲੋੜੀਂਦਾ ਲੱਗਦਾ ਆ। ਇਸ ਕਰਕੇ ਵੱਡੀ ਚੌਕਸੀ ਆਪਣੇ ਦਿਲ ਦੀ ਕਰੀਏ। ਮਸੀਹੀ ਜੀਵਨ ਦਿਲ ਤੇ ਮਨ ਦੀਆਂ ਭਾਵਨਾ ਨਹੀਂ ਚੱਲਦਾ। ਜੋ ਤੁਹਾਡਾ ਦਿਲ ਕਹੇ, ਜੋ ਤੁਹਾਡਾ ਮਨ ਕਹੇ, ਉਹਦੇ ਨਾਲ ਮਸੀਹੀ ਜੀਵਨ ਨਹੀਂ ਚੱਲਦਾ। ਮਸੀਹੀ ਜੀਵਨ ਚੱਲਦਾ ਆ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ। ਪੁਰਾਣੇ ਨਿਯਮ ਦੇ ਨਹੀਂ, ਅਸੀਂ ਨਵੇਂ ਨਿਯਮ ਦੇ ਹਾਂ। ਔਰ ਨਵੇਂ ਨਿਯਮ 'ਚ ਕੀ ਗਿਆ? ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚੱਲਣਾ। ਤੇਰਾ ਦਿਲ ਤੈਨੂੰ ਜੋ ਮਰਜ਼ੀ ਕਹਿੰਦਾ ਰਵੇ, ਤੇਰਾ ਦਿਮਾਗ ਤੈਨੂੰ ਜੋ ਮਰਜ਼ੀ ਕਹਿੰਦਾ ਰਵੇ। ਤਾਂ ਹੀ ਤੇ ਪਰਮੇਸ਼ਰ ਨੇ ਕਿਹਾ ਆਪਣਾ ਦਿਲ ਦੀ ਨਹੀਂ ਮੰਨਣੀ, ਆਪਣੇ ਦਿਮਾਗ ਦੀ ਇੱਕ ਵੀ ਯੁਕਤੀ ਇਸ ਆਤਮਿਕ ਜੀਵਨ 'ਚ ਤੂੰ ਨਹੀਂ ਕੀ ਕਰਨੀ, ਨਹੀਂ ਲਾਉਣੀ। ਸਿਰਫ ਔਰ ਸਿਰਫ ਕਿਹਦੀ ਮੰਨਣੀ ਆ? ਪਰਮੇਸ਼ਰ ਦੇ ਵਚਨ ਦੀ। ਪਰਮੇਸ਼ਰ ਦਾ ਵਚਨ ਜੋ ਕਹਿੰਦਾ ਸ਼ਾਇਦ ਉਹ ਸਾਡੇ ਦਿਲ ਨੂੰ ਚੰਗਾ ਨਾ ਲੱਗੇ। ਪਰਮੇਸ਼ਰ ਦਾ ਵਚਨ ਜਿਹੜੀ ਗੱਲ ਕਰਦਾ, ਸ਼ਾਇਦ ਪਰਮੇਸ਼ਰ ਦੀ ਉਹ ਸਲਾਹ ਸਾਡੇ ਮਨ ਨੂੰ ਚੰਗੀ ਨਾ ਲੱਗੇ। ਪਰ ਮਨ ਦੀਆਂ ਸੋਚਾਂ ਨੂੰ, ਮਨ ਦੀਆਂ ਭਾਵਨਾ ਨੂੰ, ਦਿਲ ਦੇ ਵਿਚਾਰਾਂ ਨੂੰ ਦੂਰ ਕਰਕੇ ਉਸ ਪਰਮੇਸ਼ਰ ਦੀ ਕਹੀ ਹੋਈ ਗੱਲ ਤੇ, ਉਸ ਪਰਮੇਸ਼ਰ ਦੇ ਵਚਨ ਤੇ ਚੱਲਣਾ ਹੀ ਪੈਣਾ ਆ। ਕਿਉਂਕਿ ਜੇ ਤੂੰ ਦਿਲ ਦੀ ਮੰਨੇਗਾ ਤੇ ਵਚਨ ਕੀ ਕਹਿੰਦਾ? ਪੜ੍ਹੀਏ ਦੁਬਾਰਾ, ਯਿਰਮੀਆ 17 ਦੀ 9। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਦਿਲ ਸਭ ਚੀਜ਼ਾਂ ਨਾਲੋਂ ਕੀ ਆ? ਧੋਖੇਬਾਜ਼ ਹੈ। ਹਾਂ, ਉਹ ਪੁੱਜ ਕੇ ਖਰਾਬ ਹੈ। ਔਰ ਉਹ ਪੁੱਜ ਕੇ ਕੀ ਆ? ਖਰਾਬ ਹੈ। ਕਿ ਤੁਸੀਂ ਇੱਕ ਧੋਖੇਬਾਜ਼ ਜਾਂ ਇੱਕ ਖਰਾਬ ਚੀਜ਼ ਦੇ, ਜੋ ਖਰਾਬ ਹੈ, ਸਭ ਚੀਜ਼ਾਂ ਨਾਲੋਂ ਖਰਾਬ ਲਿਖਿਆ, ਕਿ ਤੁਸੀਂ ਉਹਦੀ ਗੱਲ ਮੰਨ ਸਕਦੇ ਹੋ? ਉਹਦਾ ਸਹਾਰਾ ਲੈ ਕੇ ਚੱਲ ਸਕਦੇ ਹੋ? ਇਸ ਆਤਮਿਕ ਜੀਵਨ 'ਚ ਇੱਕ ਹੀ ਚੀਜ਼ ਆ, ਇੱਕ ਹੀ ਗੱਲ ਆ, ਇੱਕ ਹੀ ਸ਼ੈ ਆ ਜਿਹਦੇ ਤੇ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਉਹ ਆ ਪਰਮੇਸ਼ਰ ਦਾ ਵਚਨ। ਪਰਮੇਸ਼ਰ ਦਾ ਵਚਨ ਜਦੋਂ ਆ ਜਾਂਦਾ, ਫਿਰ ਸਾਡੇ ਦਿਲ ਦੀ ਸਾਨੂੰ ਸੁਣਨ ਦੀ ਲੋੜ ਨਹੀਂ ਪੈਂਦੀ। ਪਰਮੇਸ਼ਰ ਦਾ ਵਚਨ ਜਿੱਥੇ ਗੱਲ ਕਰਦਾ, ਫਿਰ ਸਾਡੇ ਮਨ ਦੀ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਵਚਨ ਕਹਿੰਦਾ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਤੇ ਪੁੱਜ ਕੇ ਕੀ ਆ? ਖਰਾਬ ਆ। ਯਿਰਮੀਆ 18 ਦੀ 12 ਪੜ੍ਹੀਏ। ਯਿਰਮੀਆ 18 ਬਾਪ ਉਹਦਾ 12 ਵਚਨ। ਇਸੇ ਤਰ੍ਹਾਂ ਮੈਂ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨਾਲ ਕਰਾਂਗਾ। ਯਹੋਵਾ ਦਾ ਵਾਕ ਹੈ, ਸਗੋਂ ਮੈਂ ਇਹ ਸ਼ਹਿਰ ਤੋਫਤ ਵਾਂਗੂ ਬਣਾਵਾਂਗਾ। ਹਾਂ,
यिर्मयाह 18 ਦੀ 12। ਹਾਂ 21 ਕੋਈ ਪੜ੍ਹ ਦਿਓ। ਇਸ ਲਈ ਉਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ ਅਤੇ ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ। ਉਹਨਾਂ ਦੀਆਂ ਤੀਵੀਆਂ ਔਂਤਰੀਆਂ ਅਤੇ ਵਿਧਵਾ ਹੋਣ। ਉਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ। ਜ਼ਬੂਰ 78 ਦੀ 37 ਪੜ੍ਹ ਦਿਓ। ਜ਼ਬੂਰ 78 ਬਾਬ 37 ਵਚਨ। ਕਿਉਂ ਜੋ ਉਹਨਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਨਾ ਉਹ ਉਸ ਦੇ ਨੇਮ ਵਿੱਚ ਵਫਾਦਾਰ ਰਹੇ, ਪਰ ਉਸ ਰਹੀਮ ਹੋ ਕੇ ਉਹਨਾਂ ਦੀ ਬੁਰਾਈ ਨੂੰ ਖਿਮਾ ਕੀਤਾ। ਕਹਿੰਦਾ ਉਹਨਾਂ ਦੇ ਮਨ ਕੀ ਨਹੀਂ ਸੀ, ਉਹਨਾਂ ਉਸ ਦੇ ਨਾਲ ਕਾਇਮ। ਦੁਬਾਰਾ ਪੜੋ। ਕਿਉਂ ਜੋ ਉਹਨਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਉਹਨਾਂ ਦੇ ਮਨ ਉਹਦੇ ਨਾਲ ਕਾਇਮ ਨਹੀਂ ਸੀ। ਹਾਂ, ਨਾ ਉਹ ਉਸ ਦੇ ਨੇਮ ਵਿੱਚ ਵਫਾਦਾਰ ਰਹੇ, ਨਾ ਹੀ ਉਹ ਉਹਦੇ ਨੇਮ ਵਿੱਚ ਕੀ ਰਹੇ ਨੇ, ਵਫਾਦਾਰ ਰਹੇ ਨੇ। ਦਿਲ ਪੁੱਜ ਕੇ ਖਰਾਬ ਤੇ ਮਨ ਕੀ ਨਹੀਂ ਆ, ਇਹ ਕਾਇਮ ਰਹਿਣ ਵਾਲੀ ਚੀਜ਼। ਇਸੇ ਕਾਰਨ ਪਰਮੇਸ਼ਰ ਨੇ ਸਾਡੇ ਆਤਮਿਕ ਜੀਵਨ 'ਚ ਸਾਡੇ ਦਿਲਾਂ ਨੂੰ ਤੇ ਸਾਡੇ ਮਨਾਂ ਨੂੰ ਸਾਡੇ ਆਤਮਿਕ ਜੀਵਨ 'ਚੋਂ ਬਾਹਰ ਰੱਖਣ ਦੀ ਕੀ ਦਿੱਤੀ ਆ, ਇਜਾਜ਼ਤ ਦਿੱਤੀ ਆ। ਇੱਕ ਵਚਨ ਜਦੋਂ ਅਸੀਂ ਪੜ੍ਹਦੇ ਹਾਂ ਜ਼ਬੂਰ 14 ਦੀ ਉੱਥੇ ਲਿਖਿਆ, ਮੂਰਖ ਨੇ ਕਿਹਾ ਕਿ ਪਰਮੇਸ਼ਰ ਕੀ ਨਹੀਂ ਆ, ਕਿ ਪਰਮੇਸ਼ਰ ਨਹੀਂ ਆ। ਮੂਰਖ ਆਪਣੇ ਮਨ ਵਿੱਚ ਕੀ ਕੀਤਾ, ਕਿਸ ਤਰ੍ਹਾਂ ਕਿਹਾ, ਪੜੋ ਜਰਾ, ਕਿੱਥੇ ਕਿਹਾ ਉਹਨੇ? ਮੂਰਖ ਨੇ ਆਪਣੇ ਮਨ ਵਿੱਚ ਆਖਿਆ, ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ਰ ਹੈ ਹੀ ਨਹੀਂ। ਪਰਮੇਸ਼ਰ ਕੀ ਨਹੀਂ ਆ। ਇਹ ਮਨ ਸਾਡਾ ਇੱਥੋਂ ਤੱਕ ਸਾਨੂੰ ਕਹਿ ਦੇਗਾ ਕਿ ਪਰਮੇਸ਼ਰ ਹੈ ਹੀ ਨਹੀਂ। ਪਰਮੇਸ਼ਰ ਦਾ ਇਨਕਾਰ ਕਰਨ ਦੇ ਵਿੱਚ ਇਹ ਮਨ ਪੂਰਾ ਯੋਗਦਾਨ ਦੇਵੇਗਾ। ਇਹ ਮਨ ਐਸੀਆਂ ਦੌੜਾਂ ਦੌੜੇਗਾ, ਇਹ ਮਨ ਐਸੀਆਂ ਸੋਚਾਂ ਸੋਚੇਗਾ, ਇੱਥੋਂ ਤੱਕ ਵੀ ਸੋਚ ਸਕਦਾ ਆ ਕਿ ਪਰਮੇਸ਼ਰ ਹੈ ਹੀ ਨਹੀਂ। ਕਿ ਇੱਕ ਮਸੀਹੀ ਇਹ ਸੋਚ ਸਕਦਾ ਪਰਮੇਸ਼ਰ ਹੈ ਨਹੀਂ? ਇਹ ਛੋਟੀ ਮੋਟੀ ਗੱਲ ਨਹੀਂ ਆ, ਇਹ ਬੜੀ ਵੱਡੀ ਗੱਲ ਆ ਜੋ ਇਸ ਜਗ੍ਹਾ ਤੇ ਪਰਮੇਸ਼ਰ ਨੇ ਕਿਹਾ ਤੁਹਾਡਾ ਮਨ ਇਸ ਲੈਵਲ ਤੱਕ ਜਾ ਸਕਦਾ ਆ। ਤੁਸੀਂ ਪਰਮੇਸ਼ਰ ਦਾ ਕੀ ਕਰ ਸਕਦੇ ਹੋ? ਇਨਕਾਰ ਕਰ ਸਕਦੇ। ਤੁਸੀਂ ਇਹ ਕਹੋਗੇ ਪਰਮੇਸ਼ਰ ਹੈ ਹੀ ਨਹੀਂ। ਪਤਰਸ ਨਾਲ ਕੀ ਹੋਇਆ? ਪਤਰਸ ਦੇ ਨਾਲ ਵੀ ਇਹੀ ਹੋਇਆ। ਪਤਰਸ ਨੇ ਕਿੰਨੀ ਵਾਰ ਇਨਕਾਰ ਕੀਤਾ। ਇਸੇ ਤਰ੍ਹਾਂ ਤੁਸੀਂ ਜੇਕਰ ਸੋਚਾਂ ਸੋਚਦੇ ਹੋ, ਤੁਹਾਡਾ ਮਨ ਇਹ ਸੋਚਾਂ ਸੋਚੇਗਾ, ਤੁਸੀਂ ਹਰ ਵਾਰ ਉਹਦਾ ਇਨਕਾਰ ਕਰੋਗੇ। ਇਸ ਕਰਕੇ ਇਹ ਜੋ ਸਾਡਾ ਇਹ ਸਰੀਰਕ ਮਨ ਆ ਜਾਂ ਜੋ ਸਾਡਾ ਸਰੀਰਕ ਦਿਲ ਆ, ਇਹਦੀ ਸਾਡੇ ਆਤਮਿਕ ਜੀਵਨ 'ਚ ਕਿਸੇ ਚੀਜ਼ ਦੀ ਵੀ, ਇਹਦੇ ਇੱਕ ਵੀ ਅੰਸ਼ ਦੀ ਜ਼ਰੂਰਤ ਨਹੀਂ ਜੇ। ਮੂਸਾ ਬੜਾ ਵੱਡਾ ਇੰਜੀਨੀਅਰ ਸੀ, ਲਿਖਿਆ ਮਿਸਰ ਦੀ ਸਾਰੀ ਵਿਦਿਆ ਕੀ ਕੀਤੀ ਗਈ, ਉਹਨੂੰ ਪੜਾਈ ਗਈ। ਪਰ ਜਦੋਂ ਮਿਲਾਪ ਵਾਲਾ ਤੰਬੂ ਬਣਾਉਣ ਦੀ ਲੋੜ ਆਈ, ਉਦੋਂ ਪਰਮੇਸ਼ਰ ਨੇ ਖੁਦ ਉਹਨੂੰ ਉੱਪਰ ਬੁਲਾਇਆ। ਹਾਲਾਂਕਿ ਉਸ ਤੋਂ ਪਹਿਲਾਂ ਇੰਜੀਨੀਅਰ ਸੀ, ਸਭ ਕੁਝ ਕਰਦਾ ਸੀ, ਸਾਰਾ ਮਿਸਰ ਨੂੰ ਅੱਛੀ ਤਰ੍ਹਾਂ ਬਣਾਉਣ ਦੇ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਸੀ। ਇੰਜੀਨੀਅਰ ਵੀ ਸੀ, ਯੋਧਾ ਵੀ ਸੀ, ਇੱਕ ਅੱਛਾ ਖਿਡਾਰੀ ਵੀ ਸੀ, ਧਾਵਕ ਵੀ ਸੀ ਉਹ। ਪਰ ਜਦੋਂ ਪਰਮੇਸ਼ਰ ਨੇ ਮਿਲਾਪ ਵਾਲਾ ਤੰਬੂ ਬਣਾਇਆ, ਉੱਥੇ ਖਾਸ ਉਹਨੂੰ ਇੱਕ ਗੱਲ ਸਮਝਾਈ, ਤੂੰ ਆਪਣੇ ਮਨ ਦੀ ਕੀ ਨਹੀਂ ਕਰਨੀ। ਬੇਸ਼ੱਕ ਤੂੰ ਜਿੱਡਾ ਮਰਜੀ ਵੱਡਾ ਵਿਦਵਾਨ ਕਿਉਂ ਨਹੀਂ ਆ, ਬੇਸ਼ੱਕ ਤੂੰ ਜਿੱਡਾ ਵੱਡਾ ਮਰਜੀ ਇੰਜੀਨੀਅਰ ਕਿਉਂ ਨਹੀਂ ਆ, ਤੂੰ ਮਿਸਰ ਨੂੰ ਬਣਾਇਆ ਆ, ਤੂੰ ਮਿਸਰ ਦੀਆਂ ਅੱਛੀਆਂ ਇਮਾਰਤਾਂ ਬਣਾਈਆਂ ਨੇ, ਪਰ ਤੂੰ ਇਸ ਸੰਸਾਰਕ ਬੁੱਧ ਦੇ ਨਾਲ, ਇਸ ਸੰਸਾਰਕ ਮਨ ਦੇ ਨਾਲ ਮੇਰੇ ਭਵਨ ਦਾ ਨਿਰਮਾਣ ਨਹੀਂ ਕਰ ਸਕਦਾ। ਇਸੇ ਤਰ੍ਹਾਂ ਮੇਰੇ ਪਿਆਰਿਓ, ਅਸੀਂ ਆਪਣੇ ਜੀਵਨ 'ਚ ਅਸੀਂ ਜੋ ਆਪਣੇ ਆਪ ਨੂੰ ਇੱਕ ਆਤਮਿਕ ਘਰ ਬਣਾਉਣਾ ਆ, ਅਸੀਂ ਵੀ ਆਪਣੀਆਂ ਭਾਵਨਾਵਾਂ ਦੇ ਨਾਲ, ਆਪਣੇ ਮਨ ਦੇ ਵਿਚਾਰਾਂ ਦੇ ਨਾਲ, ਆਪਣੇ ਦਿਲ ਦੀ ਸੋਚ ਦੇ ਨਾਲ ਕਦੇ ਵੀ ਆਪਣੇ ਆਤਮਿਕ ਜੀਵਨ ਨੂੰ ਕੀ ਨਹੀਂ ਕਰ ਸਕਦੇ, ਇੱਕ ਜਿਉਂਦੇ ਕਾਇਮ ਪਰਮੇਸ਼ਰ ਦੇ ਭਵਨ ਨਹੀਂ ਬਣਾ ਸਕਦੇ। ਇਸ ਕਾਰਨ ਆਪਣੇ ਮਨ ਦੀਆਂ ਸੋਚ, ਅੱਜ ਇਨਸਾਨ ਸਭ ਤੋਂ ਵੱਧ ਕੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ, ਜੋ ਉਹਦਾ ਮਨ ਉਹਨੂੰ ਕਹਿੰਦਾ, ਜੋ ਉਹਦਾ ਦਿਲ ਉਹਨੂੰ ਕਹਿੰਦਾ, ਉਸ ਅਨੁਸਾਰ ਚੱਲ ਰਿਹਾ। ਅਸਲ 'ਚ ਪਰਮੇਸ਼ਰ ਕਹਿਣਾ ਕੀ ਚਾਹੁੰਦਾ? ਕਹਿੰਦਾ ਜੇਕਰ ਤੁਸੀਂ ਮੇਰੇ ਪਿੱਛੇ ਚੱਲਣਾ ਚਾਹੁੰਦੇ ਹੋ ਨਾ, ਆਪਣੇ ਮਨ ਨੂੰ, ਆਪਣੀ ਸਮਝ ਨੂੰ, ਆਪਣੇ ਦਿਲ ਨੂੰ ਇੱਕ ਸਾਈਡ ਤੇ ਰੱਖ ਦਿਓ। ਤਾਂ ਜੇ ਪਰਮੇਸ਼ਰ ਕਹਿੰਦਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤੇ ਆਪਣੇ ਕੀ ਕਰੇ? ਆਪਣੇ ਸਭ ਕਾਸੇ ਦਾ ਕੀ ਕਰੇ?
ਆਪਣੀ ਸਮਝ ਦਾ ਇਨਕਾਰ ਕਰੇ, ਆਪਣੀਆਂ ਭਾਵਨਾਵਾਂ ਦਾ ਇਨਕਾਰ ਕਰੇ, ਆਪਣੀ ਐਜੂਕੇਸ਼ਨ ਦਾ ਇਨਕਾਰ ਕਰੇ, ਆਪਣੀ ਕਲਾ ਦਾ ਇਨਕਾਰ ਕਰੇ, ਆਪਣੇ ਟੈਲੈਂਟ ਦਾ ਇਨਕਾਰ ਕਰੇ, ਤੇ ਫੇਰ ਮੇਰੇ ਪਿੱਛੇ ਚੱਲੇ। ਜਦ ਤੱਕ ਉਹ ਇਹਨਾਂ ਚੀਜ਼ਾਂ ਦਾ ਇਨਕਾਰ ਨਹੀਂ ਕਰਦਾ ਤਦ ਤੱਕ ਉਹ ਸਿੱਧਾ ਲਿਖਿਆ ਉਹ ਮੇਰਾ ਚੇਲਾ ਹੋ ਹੀ ਨਹੀਂ ਸਕਦਾ। ਤੋ ਆਪਣੇ ਗਿਆਨ ਦੇ ਨਾਲ, ਆਪਣੇ ਟੈਲੈਂਟ ਦੇ ਨਾਲ, ਆਪਣੇ ਹੁਨਰ ਦੇ ਨਾਲ, ਆਪਣੀ ਸਮਝ ਦੇ ਨਾਲ, ਆਪਣੇ ਬੁੱਧ ਦੇ ਨਾਲ, ਆਪਣੇ ਖਿਆਲ ਦੇ ਨਾਲ ਪਰਮੇਸ਼ਰ ਦੇ ਕਦਮਾਂ 'ਚ ਨਹੀਂ ਬੈਠ ਸਕਦਾ। ਇਹ ਮਸੀਹੀ ਸਫ਼ਰ 'ਚ, ਇਸ ਮਸੀਹੀ ਰਾਹ 'ਚ ਨਹੀਂ ਚੱਲ ਸਕਦਾ। ਤੈਨੂੰ ਆਪਣੀਆਂ ਮਨ ਦੀਆਂ ਸੋਚਾਂ ਨੂੰ ਦੂਰ ਕਰਨਾ ਪਵੇਗਾ, ਤੈਨੂੰ ਆਪਣੀ ਦਿਲ ਦੀਆਂ ਭਾਵਨਾਵਾਂ ਨੂੰ ਦੂਰ ਕਰਨਾ ਪਵੇਗਾ। ਸਿਰਫ ਔਰ ਸਿਰਫ ਪਰਮੇਸ਼ਰ ਦੇ ਸੁਣੇ ਵਚਨਾਂ ਤੇ ਕੀ ਕਰਨਾ ਪਵੇਗਾ? ਧਿਆਨ ਲਾਉਣਾ ਪਵੇਗਾ। ਕਿਉਂਕਿ ਜੋ ਪਰਮੇਸ਼ਰ ਦੇ ਵਚਨ, ਪਰਮੇਸ਼ਰ ਦਾ ਵਚਨ ਕਹਿੰਦਾ, ਯੀਸ਼ੂ ਮਸੀਹ 40 ਦਿਨ ਦੇ ਉਪਵਾਸ ਤੋਂ ਬਾਅਦ ਭੁੱਖਾ ਸੀ, ਭੁੱਖ ਲੱਗੀ, ਲਿਖਿਆ ਵਚਨ 'ਚ ਉਹਨੂੰ ਭੁੱਖ ਲੱਗੀ, ਸ਼ੈਤਾਨ ਆਇਆ, ਕਹਿੰਦਾ ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤੇ ਇਹਨਾਂ ਪੱਥਰਾਂ ਨੂੰ ਕਹਿ ਕੀ ਬਣ ਜਾਣ। ਪਰ ਪ੍ਰਭੂ ਯਿਸੂ ਮਸੀਹ ਨੇ ਕੀ ਜਵਾਬ ਦਿੱਤਾ? ਕਹਿੰਦਾ ਇਨਸਾਨ ਦੇ ਜੇਕਰ ਜੀਣਾ ਆ, ਇਨਸਾਨ ਨੇ ਜੇਕਰ ਚੱਲਣਾ ਆ, ਇਨਸਾਨ ਨੇ ਜੇਕਰ ਜੀਵਨ ਪਾਉਣਾ ਆ, ਤੇ ਉਹ ਜੀਵਨ ਪਰਮੇਸ਼ਰ ਦੇ ਮੂੰਹ ਚੋਂ ਨਿਕਲੇ ਵਚਨਾਂ ਦੇ ਦੁਆਰਾ ਆ। ਅੱਜ ਵੀ ਜੇਕਰ ਤੁਸੀਂ ਇਸ ਆਤਮਿਕ ਜੀਵਨ 'ਚ ਸਫਲ ਬਣਨਾ ਚਾਹੁੰਦੇ ਹੋ, ਅੱਛਾ ਸਹੀ ਆਤਮਿਕ ਜੀਵਨ ਜੀਣਾ ਚਾਹੁੰਦੇ ਹੋ, ਕੀ ਕਰਨਾ ਪਵੇਗਾ? ਜੋ ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ ਨਾ, ਉਹਦੇ ਤੇ ਵਿਸ਼ਵਾਸ ਕਰਨਾ ਪੈਣਾ ਹੈ, ਉਹਦੇ ਤੇ ਚੱਲਣਾ ਪੈਣਾ। ਜੋ ਤੁਹਾਡੇ ਦਿਲ ਚੋਂ ਨਿਕਲਿਆ ਜਾਂ ਜੋ ਤੁਹਾਡੇ ਮਨ ਚੋਂ ਨਿਕਲਿਆ, ਉਹਨਾਂ ਚੀਜ਼ਾਂ ਨੂੰ ਕੀ ਕਰਨਾ ਪੈਣਾ ਹੈ? ਅੱਜ ਸ਼ੈਤਾਨ ਇਹੀ ਚਾਹੁੰਦਾ ਆ, ਅਸੀਂ ਮਨ ਦੀਆਂ ਭਾਵਨਾ ਦੇ ਨਾਲ ਔਰ ਦਿਲ ਦੇ ਵਿਚਾਰਾਂ ਦੇ ਅਨੁਸਾਰ ਚੱਲੀਏ। ਮਨ ਦੀਆਂ ਭਾਵਨਾ, ਦਿਲ ਦੇ ਵਿਚਾਰ ਜਾਂ ਦਿਲ ਦੀਆਂ ਜੋ ਵੀ ਗੱਲਾਂ ਨੇ, ਜੋ ਸਾਡਾ ਮਨ ਸਾਨੂੰ ਕਹਿੰਦਾ ਆ, ਇਹ ਬਿਲਕੁਲ ਇਸ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਇਹਨਾਂ ਚੀਜ਼ਾਂ ਦੀ ਮਨਾਹੀ ਆ। ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਦਿਲ ਪੁੱਜ ਕੇ ਕੀ ਆ, ਔਰ ਉਹਨਾਂ ਦੇ ਮਨ ਉਹਦੇ ਅਨੁਸਾਰ ਕਾਇਮ ਨਹੀਂ ਸੀ, ਤੇ ਮੂਰਖ ਤੇ ਮਨ ਵਿੱਚ ਇੱਥੋਂ ਤੱਕ ਸੋਚ ਲੈਂਦਾ ਆ ਕਿ ਪਰਮੇਸ਼ਰ ਤੇ ਕੀ ਨਹੀਂ ਆ। ਇਸ ਕਾਰਨ ਮੇਰੇ ਪਿਆਰਿਓ, ਅਸੀਂ ਗੰਦਗੀ ਨੂੰ ਬਾਹਰੋਂ ਸਾਫ਼ ਕਰਦੇ ਆ, ਅਸਲ 'ਚ ਗੰਦਗੀ ਤੇ ਬੜੀ ਗਹਿਰਾਈ 'ਚ ਅੰਦਰ ਵੜ ਕੇ ਬੈਠੀ ਆ। ਅਸੀਂ ਬਾਹਰੋਂ ਸਾਫ਼ ਹੋਣਾ ਚਾਹੁੰਦੇ ਹਾਂ, ਅਸੀਂ ਬਾਹਰੋਂ ਚਿੱਟੇ ਵਸਤਰ ਪਾ ਕੇ ਦੂਸਰਿਆਂ ਨੂੰ ਸਿੱਧ ਔਰ ਸ਼ੁੱਧ ਲੱਗਣਾ ਚਾਹੁੰਦੇ ਹਾਂ, ਪਰ ਸਾਡੇ ਅੰਦਰ ਦੇ ਬਾਰੇ ਕੀ ਆ? ਇਸ ਕਰਕੇ ਮੇਰੇ ਪਿਆਰਿਓ, ਪਰਮੇਸ਼ਰ ਦਾ ਵਚਨ ਕਹਿੰਦਾ, ਇਬਰਾਨੀਆਂ 3 ਬਾਬ ਉਹਦਾ 12 ਵਚਨ ਪੜ੍ਹੀਏ ਜਰਾ। ਇਬਰਾਨੀਆਂ 3 ਬਾਬ 12 ਵਚਨ। ਹੇ ਭਰਾਵੋ, ਵੇਖਣਾ ਪਈ ਜਿਉਂਦੇ ਪਰਮੇਸ਼ਰ ਦੇ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ। ਕਹਿੰਦਾ ਤੁਹਾਡਾ ਦਿਲ ਕੈਸਾ ਨਾ ਹੋਵੇ, ਬੇਪਰਤੀਤਾ ਔਰ ਬੁਰਾ ਦਿਲ ਨਾ ਹੋਵੇ। ਕਿਉਂਕਿ ਵਚਨ ਕਹਿੰਦਾ ਦਿਲ ਪੁੱਜ ਕੇ ਕੀ ਹੈ? ਤੇ ਜਦੋਂ ਤੁਸੀਂ ਆਪਣੇ ਦਿਲ ਦੇ ਵਿੱਚ ਬੇਪਰਤੀਤੀ ਕਰਦੇ ਹੋ ਜਾਂ ਬੇਵਿਸ਼ਵਾਸ ਰੱਖਦੇ ਹੋ, ਪਰਮੇਸ਼ਰ ਤੇ ਯਕੀਨ ਨਹੀਂ ਕਰਦੇ, ਤੇ ਪਰਮੇਸ਼ਰ ਤੇ ਵਿਸ਼ਵਾਸ ਨਾ ਕਰਨ ਵਾਲਾ ਦਿਲ ਲਿਖਿਆ ਬੇਪਰਤੀਤਾ ਬੁਰਾ ਦਿਲ ਆ। ਕਿ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹੋ? ਕਿ ਤੁਸੀਂ ਪ੍ਰਭੂ ਤੇ ਵਿਸ਼ਵਾਸ ਕਰਦੇ ਹੋ? ਪ੍ਰਭੂ ਤੇ ਵਿਸ਼ਵਾਸ ਕਰਨ ਦਾ ਮਤਲਬ ਫਿਰ ਆਪਣੇ ਦਿਲ ਤੇ ਵਿਸ਼ਵਾਸ ਨਹੀਂ ਕਰਨਾ। ਪ੍ਰਭੂ ਤੇ ਵਿਸ਼ਵਾਸ ਕਰਨਾ ਪਰ ਫਿਰ ਆਪਣੇ ਮਨ ਤੇ ਕੀ ਨਹੀਂ ਕਰਨਾ? ਫਿਰ ਆਪਣੇ ਦਿਲ, ਆਪਣੇ ਮਨ, ਆਪਣੀ ਸਮਝ ਤੇ ਕੀ ਨਹੀਂ ਕਰਨਾ? ਫਿਰ ਪੂਰਾ ਪੂਰਾ ਭਰੋਸਾ ਕਿਹਦੇ ਤੇ ਕਰਨਾ? ਪ੍ਰਭੂ ਪਰਮੇਸ਼ਰ ਤੇ। ਇਸ ਕਰਕੇ ਪਰਮੇਸ਼ਰ ਦਾ ਵਚਨ ਸਖਤਾਈ ਨਾਲ ਕਹਿੰਦੇ, ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਜੇਕਰ ਦਿਲ ਬੇਪਰਤੀਤਾ ਆ ਨਾ, ਤੇ ਉਹ ਸਿਰਫ ਬੇਪਰਤੀਤਾ ਨਹੀਂ, ਉਹ ਬੁਰਾ ਦਿਲ ਆ। ਬੇਪਰਤੀਤਾ ਬੁਰਾ ਦਿਲ। ਹਾਲੇਲੂਇਆ। ਇਸ ਕਰਕੇ ਧੰਨਵਾਦ ਕਰੋ ਪਰਮੇਸ਼ਰ ਦਾ, ਸਾਡਾ ਦਿਲ ਬੇਪਰਤੀਤਾ ਨਹੀਂ ਆ, ਸਾਡਾ ਦਿਲ ਬੁਰਾ ਨਹੀਂ ਆ, ਸਾਡਾ ਇੱਕ ਚੰਗਾ ਧੰਨਵਾਦੀ ਦਿਲ ਆ, ਔਰ ਇੱਕ ਅੱਛਾ ਪਰਮੇਸ਼ਰ ਤੇ ਵਿਸ਼ਵਾਸ ਕਰਨ ਵਾਲਾ ਦਿਲ ਆ। ਕਿਉਂਕਿ ਅਸੀਂ ਆਪਣੇ ਦਿਲ ਦੀ ਨਹੀਂ ਸੁਣਦੇ। ਪਰਮੇਸ਼ਰ ਦਾ ਵਚਨ ਕਹਿੰਦਾ ਨਾ, ਅਸੀਂ ਚਿਹਰਾ ਵੇਖ ਕੇ ਨਹੀਂ, ਮਨ ਦੀਆਂ ਭਾਵਨਾ ਨਹੀਂ, ਅਸੀਂ ਭਰੋਸਾ ਕਰਕੇ ਚੱਲਦੇ ਹਾਂ। ਅਸੀਂ ਕਿਸੇ ਦਾ ਮਨ ਵੇਖ ਕੇ ਨਹੀਂ, ਅਸੀਂ ਪ੍ਰਭੂ ਯਿਸੂ ਮਸੀਹ ਨੂੰ ਵੇਖ ਕੇ, ਉਹਦੇ ਵਚਨਾਂ ਨੂੰ ਸੁਣ ਕੇ ਕੀ ਕਰਦੇ ਹਾਂ? ਚੱਲਦੇ। ਇੱਕ ਵਚਨ ਪੜ੍ਹੀਏ, ਉਤਪਤ 8 ਬਾਬ 21 ਆਇਤ, ਪਹਿਲਾਂ ਪੰਜਾਬੀ ਦੇ ਵਿੱਚ, ਫਿਰ ਇਹਨੂੰ ਹਿੰਦੀ 'ਚ ਪੜ੍ਹਨਾ। ਅਤੇ ਯਹੋਵਾ ਨੇ ਉਹਦੀ ਸੁਗੰਧ ਸੁੰਘੀ, ਸੋ ਯਹੋਵਾ ਨੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਜ਼ਮੀਨ ਨੂੰ
ਆਦਮੀ ਦੇ ਕਾਰਨ ਸਰਾਪ ਨਹੀਂ ਦਿਆਂਗਾ। ਕਹਿੰਦਾ ਮੈਂ ਕਦੇ ਜ਼ਮੀਨ ਨੂੰ ਆਦਮੀ ਦੇ ਕਾਰਨ ਸਰਾਪ ਨਹੀਂ ਦਿਆਂਗਾ। ਹਾਂ, ਭਾਵੇਂ ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ। ਕਹਿੰਦਾ ਆਦਮੀ ਦੇ ਮਨ ਦੀ ਭਾਵਨਾ ਕਿਦੋਂ ਤੋਂ ਬੁਰੀ ਆ? ਪੰਜਾਬੀ 'ਚ ਲਿਖਿਆ ਜਵਾਨੀ ਤੋਂ, ਪਰ ਹਿੰਦੀ 'ਚ ਪੜੋ ਜਰਾ। इस पर यहोवा ने सुखदायक सुगंध पाकर सोचा, हाँ। मनुष्य के कारण मैं फिर कभी भूमि को श्राप ना दूंगा। हाँ। यद्यपि मनुष्य के मन में बचपन से जो कुछ उत्पन्न होता है वह बुरा ही होता है। ਕਿਦੋਂ ਤੋਂ? ਪੰਜਾਬੀ ਕਹਿੰਦੀ ਜਵਾਨੀ 'ਚੋਂ, ਹਿੰਦੀ ਕੀ ਕਹਿੰਦਾ? ਬਚਪਨ ਤੋਂ ਹੀ ਮਨੁੱਖ ਦਾ ਦਿਲ ਕੀ ਆ? ਬੁਰਾ ਆ। ਉਹਦਾ ਮਨ ਕੀ ਆ? ਬੁਰਾ ਆ। तो ਉਸ ਤੋਂ ਬਾਅਦ ਫਿਰ ਦਾਊਦ ਵੀ ਇਹ ਗੱਲ ਕਹਿੰਦਾ, ਪੜ੍ਹੀਏ ਜ਼ਬੂਰ 51 ਦੀ 5। ਵੇਖ ਮੈਂ ਬਦੀ ਵਿੱਚ ਜੰਮਿਆ, ਵੇਖ ਕਹਿੰਦਾ ਮੈਂ ਬਦੀ ਵਿੱਚ ਜੰਮਿਆ ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ। ਹਨ। ਇਹ ਜਦੋਂ ਤੁਸੀਂ ਰਿਵਰਸ ਚ ਆ ਰਹੇ ਆ, ਪਹਿਲਾਂ ਪੰਜਾਬੀ ਚ ਲਿਖਿਆ, ਉਹ ਲਿਖਿਆ ਜਵਾਨੀ ਤੋਂ ਹੀ, ਹਿੰਦੀ ਚ ਲਿਖਿਆ ਕਿੱਥੋਂ? ਪਰ ਜ਼ਬੂਰ 51 ਦੀ 5 ਕਹਿੰਦਾ ਜਦੋਂ ਮੈਂ ਮਾਂ ਦੇ ਕਿੱਥੇ ਸੀ? ਪੇਟ ਵਿੱਚ ਸੀ। ਉਦੋਂ ਤੋਂ ਹੀ ਮੇਰਾ ਕੀ ਸੀ ਹਿਸਾਬ ਕਿਤਾਬ? ਕਿ ਪਾਪ 'ਚ ਜਨਮਿਆ ਸੀ ਤੇ ਪਾਪ ਮੇਰੇ ਕੀ ਕਰ ਰਿਹਾ ਸੀ? ਰਾਜ ਕਰ ਰਿਹਾ ਸੀ। ਉਸ ਪਾਪ ਦੇ ਕਾਰਨ ਮੇਰਾ ਮਨ ਵੀ ਬੁਰਾ ਸੀ ਤੇ ਮੇਰਾ ਦਿਲ ਵੀ ਕੀ ਸੀ? ਬੁਰਾ ਸੀ। ਮੇਰੇ ਪਿਆਰਿਓ, ਸਾਡੇ ਦਿਲ ਦੀ ਬੁਰਾਈ ਦੀ ਸ਼ੁਰੂਆਤ ਮਾਂ ਦੇ ਪੇਟ ਤੋਂ ਹੀ ਸ਼ੁਰੂ ਹੋ ਜਾਂਦੀ ਆ। ਇਸ ਕਰਕੇ ਬਾਰ-ਬਾਰ ਪਰਮੇਸ਼ਰ ਦਾ ਵਚਨ ਔਰ ਮੈਂ ਪਰਮੇਸ਼ਰ ਦਾ ਆਤਮਾ ਔਰ ਮੈਂ ਵੀ ਕਿਉਂ ਕਹਿ ਰਹੇ ਹਾਂ ਕਿ ਦਿਲ ਤੇ ਵਿਸ਼ਵਾਸ ਨਹੀਂ ਕਰਨਾ, ਆਪਣੇ ਦਿਲ ਦੀਆਂ ਭਾਵਨਾ ਦੇ ਨਾਲ ਨਹੀਂ ਚੱਲਣਾ, ਆਪਣੇ ਮਨ ਦੀਆਂ ਭਾਵਨਾ ਦੇ ਦੁਆਰਾ ਵੀ ਨਹੀਂ ਚੱਲਣਾ ਤੇ ਸਿਰਫ ਔਰ ਸਿਰਫ ਪਰਮੇਸ਼ਰ ਦੇ ਕਹੇ ਵਚਨਾਂ ਦੇ ਅਨੁਸਾਰ। ਤੁਹਾਡਾ ਮਨ ਕਿਸੇ ਵੀ ਸਮੇਂ ਇਸ ਸੰਸਾਰ ਤੋਂ ਆਕਰਸ਼ਿਤ ਹੋ ਸਕਦਾ ਹੈ। ਤੁਹਾਡਾ ਮਨ ਕਿਸੇ ਵੀ ਸਮੇਂ ਇਸ ਸੰਸਾਰ ਦੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਤੁਹਾਡੇ ਮਾਰਗ ਤੋਂ ਕੀ ਕਰ ਸਕਦਾ ਆ? ਭਟਕਾ ਸਕਦਾ ਆ। ਤੁਹਾਡਾ ਦਿਲ ਕਦੇ ਵੀ ਭਾਵਨਾਵਾਂ 'ਚ ਬਹਿ ਸਕਦਾ ਆ। ਭਾਵਨਾਤਮਕ ਰੂਪ ਨਾਲ ਤੁਹਾਨੂੰ ਆਤਮਾ 'ਚ ਕਮਜ਼ੋਰ ਕਰਕੇ ਭਾਵਨਾ 'ਚ ਜੋ ਭਾਵਨਾ ਕਹਿ ਰਹੀ ਉਸ ਤਰੀਕੇ ਨਾਲ ਚੱਲਣਾ ਪਵੇਗਾ। ਤੇ ਪਰਮੇਸ਼ਰ ਦਾ ਵਚਨ ਸਾਫ਼ ਕਹਿੰਦਾ, ਅਸੀਂ ਭਾਵਨਾ ਨਾਲ ਨਹੀਂ, ਅਸੀਂ ਕਿਸੇ ਦਾ ਚਿਹਰਾ ਵੇਖ ਕੇ ਨਹੀਂ, ਅਸੀਂ ਵਿਸ਼ਵਾਸ ਔਰ ਭਰੋਸੇ ਦੇ ਨਾਲ ਕੀ ਕਰਦੇ ਆ? ਚੱਲਦੇ ਆ। ਇਸ ਕਰਕੇ ਇਹ ਦਿਲ ਦੀ ਬੁਰੀ ਹਾਲਾਤ ਪਰਮੇਸ਼ਰ ਦਾ ਵਚਨ ਬਾਰ-ਬਾਰ ਖੋਲ ਕੇ ਦੱਸਦਾ, ਇਸ ਦਿਲ ਤੇ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਜਦੋਂ ਮਾਂ ਦੇ ਪੇਟ 'ਚ ਬੱਚਾ ਪੈਂਦਾ ਆ ਉਦੋਂ ਤੋਂ ਹੀ ਦਿਲ ਬੁਰਾ ਔਰ ਮਨ ਵੀ ਕੀ ਆ? ਪਰਮੇਸ਼ਰ ਦੇ ਵਚਨਾਂ ਤੋਂ ਬਾਹਰ ਆ। ਇੱਕ ਹੋਰ ਵਚਨ ਪੜ੍ਹੀਏ, ਇਫਸੀਆਂ 2 ਬਾਬ ਉਹਦਾ 3 ਵਚਨ ਪੜ੍ਹ ਦਈਏ। ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸਰੀਰ ਅਤੇ ਮਨ ਦੀਆਂ ਚਾਵਾਂ ਨੂੰ ਪੂਰੇ ਕਰਦਿਆਂ। ਹਾਂ, ਹੁਣ ਕਹਿੰਦਾ ਅਸੀਂ ਵੀ ਸਭ ਪਹਿਲਾਂ ਕੀ ਕਰ ਰਹੇ ਸੀ? ਇਹ ਦਿਲ ਜੋ ਕਹਿੰਦਾ, ਅਸੀਂ ਉਸ ਤਰੀਕੇ ਨਾਲ ਆਪਣੇ ਸਰੀਰ ਦੀ ਚਾਹ ਨੂੰ ਕੀ ਕਰਦੇ? ਪੂਰਾ ਕਰਦੇ। ਜਿਸ ਤਰ੍ਹਾਂ ਮਨ ਕਹਿੰਦਾ ਉਸ ਤਰ੍ਹਾਂ ਅਸੀਂ ਕੀ ਕਰਦੇ? ਦੁਬਾਰਾ ਪੜੋ। ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸਰੀਰ ਅਤੇ ਮਨ ਦੀਆਂ ਚਾਵਾਂ ਨੂੰ ਪੂਰੇ ਕਰਦੇ। ਕਿਹਦੀਆਂ ਚਾਵਾਂ ਨੂੰ ਪੂਰੇ ਕਰ ਰਿਹਾ? ਸਰੀਰ ਅਤੇ ਮਨ ਦੀਆਂ। ਪਰ ਆਤਮਿਕ ਇਨਸਾਨ ਕਿਹਦੀਆਂ ਚਾਵਾਂ ਨੂੰ ਪੂਰਾ ਕਰਦਾ? ਆਤਮਿਕ ਇਨਸਾਨ ਪਰਮੇਸ਼ਰ ਦੀ ਮਰਜ਼ੀ ਨੂੰ ਕੀ ਕਰਦਾ ਆ? ਪੂਰਾ ਕਰਦਾ। ਸ਼ੈਤਾਨ ਚਾਹੁੰਦਾ ਅਸੀਂ ਇਸ ਦਿਲ ਔਰ ਇਸ ਮਨ ਦੇ ਭਾਵਨਾ ਦੇ ਚੱਕਰ 'ਚ ਆ ਕੇ ਨਾ ਅਸੀਂ ਆਪਣੇ ਮਨ ਦੀਆਂ, ਆਪਣੇ ਦਿਲ ਦੀਆਂ ਚਾਵਾਂ ਕੀ ਕਰਦੇ ਰਹੀਏ। ਪਰ ਆਤਮਿਕ ਇਨਸਾਨ ਕੀ ਕਹਿੰਦਾ? ਯਿਸੂ ਮਸੀਹ ਨੂੰ ਭੁੱਖ ਲੱਗੀ, ਉਹਦਾ ਦਿਲ ਕਰ ਰਿਹਾ ਸੀ ਰੋਟੀ ਖਾਣ ਨੂੰ, ਉਹਦਾ ਮਨ, ਉਹਦਾ ਦਿਲ ਕੀ ਕਰ ਰਿਹਾ? ਪਰ ਅਸਲ 'ਚ ਉਹ ਸਾਨੂੰ ਸਿਖਾਉਣਾ ਕੀ ਚਾਹੁੰਦਾ ਸੀ? ਕਹਿੰਦਾ ਮੇਰੇ ਦਿਲ ਨੂੰ, ਮੇਰੇ ਮਨ ਨੂੰ ਬੇਸ਼ੱਕ ਇਸ ਸਮੇਂ ਕੁਝ ਚੀਜ਼ਾਂ ਦੀ ਸਖਤ ਲੋੜ ਆ, ਪਰ ਮੈਂ ਦਿਲ ਤੇ ਮਨ ਦੀ ਚਾਹ ਨਹੀਂ ਪੂਰੀ ਕਰਾਂਗਾ, ਮੈਂ ਆਪਣੇ ਪਿਤਾ ਦੀ ਮਰਜ਼ੀ ਕੀ ਕਰਾਂਗਾ। ਉਹਨੂੰ ਭਾਇਆ ਕਿ ਮੈਂ ਥੋੜੇ ਦਿਨ ਹੋਰ ਹਜੇ ਕੀ ਰਵਾਂ, ਉਪਵਾਸ 'ਚ ਰਵਾਂ। ਮੈਂ ਜੇ ਸ਼ੈਤਾਨ ਦੀ ਮਰਜ਼ੀ ਦੇ ਨਾਲ ਨਹੀਂ, ਆਪਣੇ ਦਿਲ ਦੀ ਮਰਜ਼ੀ ਦੇ ਨਾਲ ਨਹੀਂ, ਆਪਣੇ ਮਨ ਦੇ ਵਿਚਾਰ ਦੇ ਨਾਲ ਨਹੀਂ, ਮੇਰੇ ਜੀਵਨ 'ਚ ਜੋ ਵੀ ਕੰਮ ਹੋਏਗਾ ਮੇਰੇ ਪਿਤਾ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਹੋਵੇਗਾ। ਹਾਲੇਲੂਇਆ। ਇਸ ਕਰਕੇ ਕਹਿੰਦਾ ਅਸੀਂ ਵੀ ਪਹਿਲਾਂ ਆਪਣੇ ਦਿਲ ਤੇ ਆਪਣੀਆਂ ਮਨ ਦੀਆਂ ਚਾਵਾਂ ਨੂੰ ਕੀ ਕਰਦੇ ਸੀ?
ਪੂਰੀਆਂ ਕਰਦੇ ਸੀ। ਹਾਂ, ਅਤੇ ਸਰੀਰ ਦੀਆਂ ਕਾਮਨਾ ਵਿੱਚ ਅੱਗੇ ਦਿਨ ਕੱਟਦੇ ਸਾਂ। ਸਰੀਰ ਦੀਆਂ ਕਾਮਨਾ ਦੇ ਵਿੱਚ ਪਹਿਲਾਂ ਕੀ ਕਰਦੇ ਸੀ ਅਸੀਂ? ਦਿਨ ਕੱਟਦੇ ਸੀ। ਹਾਂ, ਅਤੇ ਹੋਰਨਾਂ ਵਾਂਗੂ ਆਪਣੇ ਸੁਭਾਅ ਕਰਕੇ। ਹੋਰਨਾਂ ਵਾਂਗੂ ਕਹਿਣ ਤੋਂ ਮਤਲਬ ਜਿਹੜੇ ਅਵਿਸ਼ਵਾਸੀ ਨੇ, ਜਿਨ੍ਹਾਂ ਦੇ ਮਨ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ, ਜਿਨ੍ਹਾਂ ਦੇ ਮਨ ਪਰਮੇਸ਼ਰ ਦੇ ਵਚਨ ਦੇ ਅਕੋਰਡਿੰਗ ਨਹੀਂ, ਔਰ ਜੋ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ ਚੱਲ ਰਹੇ, ਬੇਪ੍ਰਤੀਤ ਮਨ ਵਾਲੇ, ਔਰ ਜਿਨ੍ਹਾਂ ਦੇ ਮਨ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ, ਉਹਨਾਂ ਦੇ ਲਿਖਿਆ ਹੋਰਨਾਂ ਵਾਂਗੂ। ਹਾਂ, ਹੋਰਨਾਂ ਦੇ ਸੁਭਾਅ ਹੋਰਨਾਂ ਦੇ ਵਾਂਗੂ ਗਜਬ ਦੇ ਪੁੱਤਰ ਸਾਂ। ਬਚਪਨ ਤੋਂ ਹੀ, ਸੁਭਾਅ ਤੋਂ ਹੀ, ਜਨਮ ਤੋਂ ਹੀ ਕਿਹਦੇ ਪੁੱਤਰ ਸੀ? ਗਜਬ ਦੀ ਸੰਤਾਨ ਸੀ ਜਾਂ ਕ੍ਰੋਧ ਦੀ ਕੀ ਸੀ? ਕ੍ਰੋਧ ਦੀ ਸੰਤਾਨ ਕਹਿਣ ਤੋਂ ਮਤਲਬ ਜਿਨ੍ਹਾਂ ਉੱਤੇ ਪਰਮੇਸ਼ਰ ਦਾ ਕ੍ਰੋਧ ਭੜਕਣ ਵਾਲਾ ਆ। ਅੱਜ ਨੌਜਵਾਨ ਪੀੜ੍ਹੀ ਨੂੰ ਕੀ ਹੋ ਗਿਆ? ਅੱਜ ਨੌਜਵਾਨ ਲੋਕ ਕਿਉਂ ਬਰਬਾਦ ਹੋ ਰਹੇ ਨੇ? ਉਹ ਪਰਮੇਸ਼ਰ ਦੇ ਵਚਨ ਦੀ ਨਹੀਂ, ਉਹ ਆਪਣੇ ਦਿਲ ਦੀ ਕੀ ਕਰ ਰਹੇ ਨੇ? ਮੰਨਦੇ ਨੇ। ਉਹ ਆਪਣੇ ਮਨ ਦੀ ਮੰਨਦੇ ਨੇ। ਇੱਕ ਨੌਜਵਾਨ ਮੁੰਡੇ ਦੇ ਲਈ ਇੱਕ ਸੋਹਣੀ ਕੁੜੀ ਦੇ ਪ੍ਰਤੀ ਉਹਦਾ ਆਕਰਸ਼ਿਤ ਹੋਣਾ ਕੀ ਆ? ਕਿਉਂਕਿ ਤਾਂ ਦਿਲ ਉਧਰ ਨੂੰ ਲੈ ਕੇ ਜਾ ਰਿਹਾ ਉਹਨੂੰ। ਜਦੋਂ ਦਿਲ ਦੀ ਮੰਨ ਲੈਂਦਾ ਆ, ਬਾਈਬਲ ਦੇ ਅਨੁਸਾਰ ਸਭ ਤੋਂ ਖਰਾਬ ਚੀਜ਼ ਦੀ ਮੰਨ ਲਈ। ਹੁਣ ਉਹਦੇ ਜੀਵਨ 'ਚ ਜੋ ਵੀ ਹੋਏਗਾ ਸਭ ਤੋਂ ਬੁਰਾ ਹੀ ਹੋਵੇਗਾ। ਹੁਣ ਉਹਦੇ ਜੀਵਨ 'ਚ ਕੁਝ ਚੰਗਾ, ਕਿਉਂਕਿ ਚੰਗੀ ਸਲਾਹ ਦੇਣ ਵਾਲਾ ਕੌਣ ਆ? ਬੋਲੋ। ਅਚਰਜ ਸਲਾਹੂ ਕਿਹਨੂੰ ਕਿਹਾ ਗਿਆ? ਪਰਮੇਸ਼ਰ ਨੂੰ। ਤੇ ਉਹ ਸਲਾਹ ਕਿਸ ਤਰ੍ਹਾਂ ਦਿੰਦਾ? ਆਪਣੇ ਵਚਨਾਂ ਦੇ ਦੁਆਰਾ। ਇਸ ਕਰਕੇ ਕਹਿੰਦਾ ਬਚਪਨ ਤੋਂ ਹੀ, ਜਨਮ ਤੋਂ ਵੀ ਤੋਂ ਅਸੀਂ ਵੀ ਹੋਰਨਾਂ ਵਾਂਗੂ ਆਪਣੇ ਦਿਲ ਤੇ ਆਪਣੇ ਮਨ ਦੀਆਂ ਚਾਹਾਂ ਨੂੰ ਕੀ ਕਰਨ ਵਾਲੇ ਸੀ? ਪੂਰੀਆਂ ਕਰਨ ਵਾਲੇ ਸੀ। ਪਰ ਧੰਨਵਾਦ ਆ ਪਰਮੇਸ਼ਰ ਦਾ, ਉਹ ਸਮੇਂ ਸਿਰ ਆਇਆ ਔਰ ਸਾਡੇ ਜੀਵਨ 'ਚ ਉਹਨੇ ਕੀ ਕੀਤਾ? ਕੁਝ ਕੰਮ ਕੀਤੇ। ਪੜ੍ਹੀਏ ਜਰਾ ਰੋਮੀਆਂ 8 ਬਾਬ 10 ਤੋਂ ਲੈ 10 ਔਰ 12, ਜਾਂ ਫਿਰ ਹਿਜ਼ਕੀਏਲ 36 ਦੀ 26 ਪੜ੍ਹ ਦਿਓ, ਉਹ ਰਹਿਣ ਦਿਓ। ਹਿਜ਼ਕੀਏਲ 36 ਬਾਬ ਉਹਦਾ 26 ਵਚਨ। ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ। ਪਰਮੇਸ਼ਰ ਕੀ ਕਹਿੰਦਾ? ਮੈਂ ਤੁਹਾਨੂੰ ਕੀ ਦਿਆਂਗਾ? ਇੱਕ ਨਵਾਂ ਦਿਲ ਦਿਆਂਗਾ। ਅਤੇ ਨਵਾਂ ਆਤਮਾ। ਔਰ ਇੱਕ ਨਵਾਂ ਕੀ ਦਿਆਂਗਾ? ਆਤਮਾ ਦਿਆਂਗਾ। ਹਾਂ, ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ। ਕਹਿੰਦਾ ਮੈਂ ਤੁਹਾਡੇ ਮਾਸ ਦੇ ਵਿੱਚੋਂ ਪੱਥਰ ਦਾ ਦਿਲ ਕੀ ਕਰ ਦਿਆਂਗਾ? ਕੱਢ ਦਿਆਂਗਾ। ਹਾਂ, ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ। ਔਰ ਮਾਸ ਦਾ ਦਿਲ ਕੀ ਕਰਾਂਗਾ? ਇੱਥੇ ਇੱਕ ਸੋਚਣ ਵਾਲੀ ਗੱਲ ਹੈ ਕਿ ਪਹਿਲਾਂ ਜਿਹੜਾ ਦਿਲ ਹੈ ਉਹ ਕਾਹਦਾ ਹੈ? ਉਹ ਮਾਸ ਦਾ ਹੀ ਹੈ ਨਾ। ਦਿਲ ਨੂੰ ਜਦੋਂ ਪੇਟ ਨੂੰ ਖੋਲ ਕੇ ਦੇਖੋ ਤਾਂ ਅੰਦਰ ਜਿਹੜਾ ਦਿਲ ਹੈ ਕਾਹਦਾ ਆ? ਪਰ ਇੱਥੇ ਪਰਮੇਸ਼ਰ ਕੀ ਕਹਿੰਦਾ? ਅਸਲ 'ਚੋਂ ਪੱਥਰ ਦਾ ਆ। ਜਿਹੜੇ ਦਿਲ ਦੇ ਨਾਲ ਇਨਸਾਨ ਜਨਮਿਆ ਨਾ, ਉਹ ਦਿਲ ਮਾਸ ਦਾ ਦਿਲ ਨਹੀਂ ਹੈ। ਬੇਸ਼ੱਕ ਦਿਖਦਾ ਕਾਹਦਾ ਆ? ਉਹ ਮਾਸ ਦਾ। ਡਾਕਟਰ ਕਹਿਣਗੇ ਮਾਸ ਦਾ। ਜਿਸ ਦਿਲ ਦੇ ਨਾਲ ਇਨਸਾਨ ਜਨਮਿਆ, ਉਹ ਦਿਲ ਬੇਸ਼ੱਕ ਦੇਖਣ ਨੂੰ ਮਾਸ ਦਾ, ਪਰ ਬਾਈਬਲ ਪਰਮੇਸ਼ਰ ਦਾ ਵਚਨ ਕਹਿੰਦਾ ਕਾਹਦਾ ਹੈ ਜੀ ਉਹ? ਹਾਂਜੀ, ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ? ਜਿਹੜਾ ਤੁਹਾਡੇ ਅੰਦਰ ਦਿਲ ਹੈ ਉਹ ਕਾਹਦਾ? ਹਾਂਜੀ ਸਾਹਿਬ ਜੀ। ਪਰ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ? ਤੇ ਫਿਰ ਕਿਹੜੀ ਚੀਜ਼ ਸਹੀ ਹੈ? ਇਹੀ ਤੇ ਪੰਗਾ ਨਾ। ਅਸੀਂ ਕਹਿੰਦੇ ਕਾਹਦਾ ਦਿਲ ਹੈ ਸਾਡੇ ਅੰਦਰ, ਪਰ ਵਚਨ ਕੀ ਕਹਿੰਦਾ? ਕਹਿੰਦਾ ਪੱਥਰ ਦਾ ਆ। ਬੇਸ਼ੱਕ ਦਿਖਦਾ ਕਾਹਦਾ ਹੈ? ਇਹਨੂੰ ਬਦਲਣਾ ਪੈਣਾ ਹੈ। ਇਹ ਉਹ ਮਾਸ ਵਾਲਾ ਦਿਲ ਨਹੀਂ ਹੈ ਜਿਹੜਾ ਪਰਮੇਸ਼ਰ ਨੂੰ ਚਾਹੀਦਾ। ਜਦੋਂ ਅਸੀਂ ਪਰਮੇਸ਼ਰ ਦੇ ਕੋਲ ਆਉਨੇ, ਫਿਰ ਪਰਮੇਸ਼ਰ ਸਾਡੇ ਜੀਵਨਾਂ 'ਚ ਕੰਮ ਕਰਦਾ। ਸਾਡਾ ਇਹ ਜਿਹੜਾ ਪੱਥਰ ਦਾ ਦਿਲ ਹੈ ਨਾ, ਇਹਨੂੰ ਕੱਢ ਕੇ ਕਾਹਦਾ ਦਿਲ ਪਾਏਗਾ? ਅਸਲੀ ਦਿਲ ਪਾਏਗਾ। ਇਹ ਦਿਲ ਕਦੇ ਵੀ ਪਰਮੇਸ਼ਰ ਦੇ ਵਿਰੁੱਧ ਨਹੀਂ ਸੋਚੇਗਾ। ਇਹ ਦਿਲ ਕਦੇ ਵੀ ਪਰਮੇਸ਼ਰ ਦੇ ਵਚਨਾਂ ਦੇ ਖਿਲਾਫ ਜੁਗਤੀ ਨਹੀਂ ਬਣਾਏਗਾ। ਇਹ ਦਿਲ ਸਿਰਫ ਔਰ ਸਿਰਫ ਪਰਮੇਸ਼ਰ ਦੀ ਹੀ ਕੀ ਕਰੇਗਾ? ਸੁਣੇਗਾ। ਇਸ ਕਰਕੇ ਮੇਰੇ ਪਿਆਰਿਓ, ਉਹ ਜਿਹੜਾ ਬੇਪ੍ਰਤੀਤ ਬੁਰਾ ਦਿਲ ਸੀ, ਉਹ ਦਿਲ ਜਿਹੜਾ ਪੁੱਜ ਕੇ ਖਰਾਬ ਤੇ ਸਭਨਾ ਵਸਤਾਂ ਨਾਲੋਂ ਕੀ ਆ? ਘਿਨਾਉਣਾ ਆ। ਪਰਮੇਸ਼ਰ ਕਹਿੰਦਾ ਮੈਂ ਆਪਣੇ ਬੱਚਿਆਂ ਦਾ ਦਿਲ ਹੀ ਕੀ ਕਰ ਦਿਆਂਗਾ? ਮੈਂ ਉਹਨਾਂ ਦਾ ਪੱਥਰ ਦਾ ਦਿਲ ਕੱਢ ਕੇ ਕਿਹੜਾ ਦਿਲ ਪਾ ਦਿਆਂਗਾ? ਮਾਸ ਦਾ ਦਿਲ। ਕੀ ਅੱਜ ਤੁਸੀਂ ਆਪਣੇ ਦਿਲ ਦੀ ਸਰਜਰੀ ਕਰਾਉਣਾ ਚਾਹੁੰਦੇ ਹੋ? ਕਿ ਤੁਸੀਂ ਅੱਜ ਆਪਣੇ ਦਿਲ ਦਾ ਆਪਰੇਸ਼ਨ ਕਰਾਉਣਾ ਚਾਹੁੰਦੇ ਹੋ? ਪ੍ਰਭੂ ਨੂੰ ਬੋਲੋ, ਪ੍ਰਭੂ ਇਹ ਧੋਖੇਬਾਜ਼ ਦਿਲ ਨਹੀਂ ਚਾਹੀਦਾ। ਇਹ ਮੈਨੂੰ ਧੋਖੇਬਾਜ਼ ਦਿਲ ਨਹੀਂ ਚਾਹੀਦਾ।
ਮੈਨੂੰ ਉਹ ਦਿਲ ਦੇ ਜਿਹੜਾ ਤੂੰ ਮੈਨੂੰ ਦੇਣਾ ਚਾਹੁੰਦਾ ਹੈ। ਤੇ ਜਦੋਂ ਉਹ ਦਿਲ ਸਾਡੇ ਜੀਵਨ 'ਚ ਆਏਗਾ ਨਾ, ਉਹ ਦਿਲ ਸਾਡੇ ਜੀਵਨ 'ਚ ਖਰਾਬੀ ਨਹੀਂ ਕਰੇਗਾ ਕੋਈ, ਉਹ ਦਿਲ ਸਾਡੇ ਜੀਵਨ 'ਚ ਬੁਰਾ ਨਹੀਂ ਕਰੇਗਾ ਕੁਛ। ਉਹ ਦਿਲ ਸਾਨੂੰ ਇਹੀ ਕਹੇਗਾ, ਮੇਰੀ ਮਰਜ਼ੀ ਨਹੀਂ, ਮੇਰੇ ਮਨ ਦੀ ਚਾਹ ਨਹੀਂ, ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਕੀ ਹੋਵੇ, ਪੂਰੀ ਹੋਵੇ। ਤੇ ਪੁਰਾਣਾ ਦਿਲ ਜਿਹੜਾ ਘਮੰਡੀ ਔਰ ਬੁਰਾ ਦਿਲ ਆ, ਉਸ ਦਿਲ ਦੇ ਬਾਹਰ ਯਿਸੂ ਮਸੀਹ ਕੀ ਕਰਦਾ ਰਹਿੰਦਾ? ਖਟਖਟਾਉਂਦਾ ਰਹਿੰਦਾ। ਪਰ ਉਹ ਦਿਲ ਸਖਤ ਹੋ ਚੁੱਕਾ, ਖੁੱਲਦਾ ਨਹੀਂ ਆ। ਪਰ ਨਵਾਂ ਦਿਲ ਸਿਰਫ ਇੱਕ ਖਟਖਟਾਹਟ ਸੁਣੇਗਾ, ਕਿਉਂਕਿ ਹੁਣ ਪੱਥਰ ਦਾ ਨਹੀਂ ਆ, ਹੁਣ ਕਿਹਦਾ ਆ? ਮਾਸ ਦਾ। ਨਵਾਂ ਦਿਲ ਛੋਟੀ ਜਿਹੀ ਖਟਖਟਾਹਟ ਸੁਣੇਗਾ, ਉਸੇ ਵੇਲੇ ਪ੍ਰਭੂ ਯਿਸੂ ਮਸੀਹ ਦੇ ਲਈ ਆਪਣਾ ਆਪ ਕੀ ਕਰ ਦੇਗਾ? ਪ੍ਰਭੂ ਤੂੰ ਆ। ਇਸ ਦਿਲ ਦੇ ਵਿੱਚ ਕੌਣ ਆਵੇ? ਤੂੰ ਆਵੇ। ਅੱਜ ਤੋਂ ਬਾਅਦ ਇਹ ਨਾ ਕਹੋ ਪ੍ਰਭੂ ਮੇਰੀ ਵਿੱਤੀ ਹਾਲਾਤ ਬਦਲ ਦੇ, ਇਹ ਨਾ ਕਹੋ ਮੇਰੇ ਘਰ ਦੀਆਂ ਹਾਲਾਤਾਂ ਨੂੰ ਬਦਲ ਦੇ, ਇਹ ਨਾ ਕਹੋ ਪ੍ਰਭੂ ਮੇਰੇ ਪੈਸੇ ਦੀ ਤੰਗੀ ਨੂੰ ਬਦਲ ਦੇ, ਇਹ ਨਾ ਕਹੋ ਪ੍ਰਭੂ ਮੇਰੇ ਸਰੀਰ ਦੀਆਂ ਇਹ ਬਿਮਾਰੀਆਂ ਨੂੰ ਬਦਲ ਦੇ। ਇਹ ਕਹੋ ਪ੍ਰਭੂ ਮੈਨੂੰ ਉਹ ਵਾਲਾ ਨਵਾਂ ਦਿਲ ਦੇ ਜਿਹੜਾ ਤੂੰ ਕਹਿਣਾ ਇਹ ਮਾਸ ਦਾ ਆ। ਇਹ ਯਿਸੂ ਮਸੀਹ ਦੀ ਖਟਖਟਾਹਟ ਨੂੰ ਸੁਣੇਗਾ, ਇਹ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣੇਗਾ, ਔਰ ਇਹਦੇ ਵਿੱਚ ਹੀ ਪੱਥਰ ਦੇ ਦਿਲ 'ਚ ਪ੍ਰਭੂ ਯਿਸੂ ਮਸੀਹ ਨਹੀਂ ਆ ਕੇ ਰਹੇਗਾ। ਕਿਹੜੇ ਦਿਲ 'ਚ ਰਹੇਗਾ? ਹਾਲੇਲੂਇਆ। ਤੋ ਅੱਜ ਤੋਂ ਬਾਅਦ ਸਾਡੀ ਪ੍ਰਾਰਥਨਾ ਕੀ ਹੋਵੇ? ਪ੍ਰਭੂ ਮੈਨੂੰ ਮਾਸ ਦਾ ਦਿਲ ਦੇ, ਨਵਾਂ ਦਿਲ ਦੇ। ਮੇਰਾ ਪੁਰਾਣਾ ਦਿਲ ਮੈਨੂੰ ਧੋਖੇ ਦਿੰਦਾ ਸੀ, ਪਰ ਜਿਹੜਾ ਦਿਲ ਤੂੰ ਮੈਨੂੰ ਦਵੇਂਗਾ ਉਹ ਮੈਨੂੰ ਧੋਖਾ, ਉਹ ਤੇਰੇ ਵਚਨਾਂ ਦੇ ਅੱਗੇ ਅੜੇਗਾ ਨਹੀਂ, ਉਹ ਤੇਰੇ ਵਚਨਾਂ ਦੇ ਵਿਰੁੱਧ ਨਹੀਂ ਖੜਾ ਹੋਵੇਗਾ, ਉਹ ਤੇਰੇ ਵਚਨਾਂ ਦੇ ਖਿਲਾਫ ਨਹੀਂ ਜਾਏਗਾ, ਬਲਕਿ ਹਲੀਮੀ ਦੇ ਨਾਲ। ਕਿਉਂਕਿ ਪੱਥਰ ਸਖਤਾਈ ਨੂੰ ਦਰਸਾਉਂਦਾ, ਪੱਥਰ ਘਮੰਡ ਨੂੰ ਦਰਸਾਉਂਦਾ ਆ। ਉਹ ਘਮੰਡ ਨਹੀਂ ਰਹਿ ਗਿਆ ਉਹਦੇ ਵਿੱਚ। ਹੁਣ ਤੇਰੇ ਵਚਨਾਂ ਨੂੰ ਇਹ ਵਾਲਾ ਦਿਲ ਪੂਰੀ ਹਲੀਮੀ ਵਫਾਦਾਰੀ ਦੇ ਨਾਲ ਕੀ ਕਰੇਗਾ? ਮੰਨੇਗਾ। ਇਹ ਦਿਲ ਤੇਰੇ ਵਚਨਾਂ ਦੇ ਅੱਗੇ ਸਿਰ ਝੁਕਾਏਗਾ। ਇਹ ਦਿਲ ਆਪਣੀ ਮਰਜ਼ੀ ਨਹੀਂ, ਬਲਕਿ ਤੇਰੀ ਮਰਜ਼ੀ ਪੂਰੀ ਕਰਨ ਲਈ ਕੀ ਕਰੇਗਾ? ਮੈਨੂੰ ਪ੍ਰੇਰਿਤ ਕਰੇਗਾ। ਹਾਲੇਲੂਇਆ। ਇਸ ਕਰਕੇ ਮੇਰੇ ਪਿਆਰਿਓ, ਸਭ ਤੋਂ ਵੱਧ ਕੇ ਜ਼ਰੂਰੀ ਆ ਦਿਲ ਦਾ ਬਦਲਣਾ। ਕੀ ਤੁਹਾਡਾ ਦਿਲ ਬਦਲਿਆ? ਕੀ ਤੁਹਾਡਾ ਦਿਲ ਬਦਲਿਆ ਕਿ ਨਹੀਂ? ਜੇ ਨਹੀਂ ਬਦਲਿਆ ਤੇ ਜੇਕਰ ਹਜੇ ਇਹਨੂੰ ਇਸ ਤਰ੍ਹਾਂ ਹੀ ਪੱਥਰ ਦੇ ਦਿਲ ਨੂੰ ਪਾਲਿਸ਼ ਕਰਕੇ ਚੱਲ ਰਹੇ ਹੋ, ਇੱਕ ਦਿਨ ਤੁਹਾਨੂੰ ਧੋਖਾ ਦੇਗਾ। ਇਸ ਕਰਕੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਮੇਰੇ ਕੋਲ ਆਓ, ਮੈਂ ਤੁਹਾਡਾ ਦਿਲ ਕੀ ਕਰ ਦਿਆਂਗਾ। ਪੜੋ ਜੀ, ਹਿਜ਼ਕੀਏਲ 36:26। ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ, ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ, ਅਤੇ ਨਵਾਂ ਆਤਮਾ ਔਰ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਹਾਂ, ਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ। ਤੁਹਾਡੇ ਮਾਸ ਵਿੱਚੋਂ ਕੀ ਕਰਾਂਗਾ? ਪੱਥਰ ਦਾ ਦਿਲ ਕੱਢ ਲਿਆਂਗਾ। ਹਾਂ, ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ। ਹਿੰਦੀ ਚ ਪੜੋ ਇਹਨੂੰ। मैं तुमको नया मन दूंगा ਮੈਂ ਤੁਹਾਨੂੰ ਨਵਾਂ ਮਨ ਦੇਵਾਂਗਾ, और तुम्हारे भीतर नई आत्मा उत्पन्न करूंगा ਤੁਹਾਡੇ ਅੰਦਰ ਨਵੀਂ ਆਤਮਾ ਪਾਵਾਂਗਾ, और तुम्हारी देह में से पत्थर का हृदय निकाल कर तुमको मांस का हृदय दूंगा। ਹਾਲੇਲੂਇਆ। ਕਹਿੰਦਾ ਪੱਥਰ ਦਾ ਦਿਲ ਕੱਢ ਕੇ ਮੈਂ ਕਿਹੜਾ ਦਿਲ ਦਵਾਂਗਾ ਤੁਹਾਨੂੰ? ਮਾਸ ਦਾ ਦਿਲ। ਇਹ ਦਿਲ ਦਾ ਬਦਲਣਾ ਜ਼ਰੂਰੀ ਆ। ਤੇ ਪ੍ਰਭੂ ਆਪਣੇ ਪਿਆਰਿਆਂ ਦਾ ਸਭ ਤੋਂ ਪਹਿਲਾਂ ਕੀ ਬਦਲਦਾ ਆ? ਦਿਲ ਹੀ ਬਦਲਦਾ ਆ। ਤੋ ਮੇਰੇ ਪਿਆਰਿਓ, ਅੱਜ ਤੋਂ ਬਾਅਦ ਸਾਡੀ ਪ੍ਰਾਰਥਨਾ ਕੀ ਬਣੇ? ਪ੍ਰਭੂ ਮੇਰੇ ਦਿਲ ਨੂੰ ਕੀ ਕਰ ਦੇ ਤੂੰ? ਇਹ ਜਿਹੜਾ ਬੇਪ੍ਰਤੀਤ ਬੁਰਾ ਦਿਲ ਜਿਹੜੇ ਮਾਂ ਦੇ ਪੇਟ ਚੋਂ ਲੈ ਕੇ ਜਨਮਿਆ ਸੀ ਨਾ, ਇਹਦੇ ਨਾਲ ਮੈਂ ਤੇਰੇ ਵਚਨਾਂ ਦੇ ਅੱਗੇ ਸਿਰ ਨਹੀਂ ਝੁਕਾ ਸਕਦਾ। ਮੈਨੂੰ ਇਹਦੇ ਤੋਂ ਨਿਜਾਤ ਚਾਹੀਦੀ, ਮੈਨੂੰ ਇਹ ਬਦਲ ਦੇ। ਮੇਰੇ ਦਿਲ ਦੀ ਸਰਜਰੀ ਕਰ, ਮੇਰਾ ਦਿਲ ਬਦਲ ਦੇ, ਤਾਂ ਕਿ ਹੁਣ ਮੇਰਾ ਦਿਲ ਪੱਥਰ ਦਾ ਨਾ ਰਵੇ, ਬਲਕਿ ਮਾਸ ਦਾ ਹੋ ਜਾਵੇ। ਮੇਰਾ ਦਿਲ ਪੱਥਰ ਦਾ ਘਮੰਡੀ ਨਾ ਰਵੇ, ਬਲਕਿ ਮੇਰਾ ਦਿਲ ਤੇਰੇ ਵਚਨਾਂ ਨੂੰ ਸੁਣ ਕੇ ਤੇਰੇ ਪਿੱਛੇ ਚੱਲਣ ਵਾਲਾ ਦਿਲ ਹੋ ਜਾਵੇ। ਤੇਰੇ ਵਚਨਾਂ ਦੇ ਅੱਗੇ ਸਿਰ ਝੁਕਾਉਣ ਵਾਲਾ ਤੇ ਮੇਰਾ ਦਿਲ ਬਣ ਜਾਵੇ। ਹਾਲੇਲੂਇਆ। ਤਾਂ ਆइए ਥੋੜੀ ਦੇਰ ਆਪਣੇ ਆਪ ਦੀ ਇਸ ਸਭ ਤੋਂ ਵੱਡੀ ਜ਼ਰੂਰਤ ਲਈ ਪ੍ਰਾਰਥਨਾ ਕਰੋ। ਇਹ ਤੁਹਾਡੀ ਇਕਾਤਮਿਕ ਜੀਵਨ 'ਚ ਇਕਾਤਮਿਕ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਆ ਕਿ ਉਹਦਾ ਪੱਥਰ ਦਾ ਦਿਲ ਬਦਲਿਆ ਜਾਵੇ, ਇੱਕ ਨਵਾਂ ਦਿਲ ਆ ਜਾਵੇ। ਹਾਲੇਲੂਇਆ, ਹਾਲੇਲੂਇਆ। ਧੰਨਵਾਦ, ਧੰਨਵਾਦ। तो आइए सब मिलके आखिर च एक गीत भी गावांगे। गीत की किताब विचों गीत नंबर 49, 49 नंबर गीत। तेरे दिल के द्वार पर यीशु खटखटाता,
खोलो तुम दरवाजा, वो है आना चाहता, तेरे दिल के द्वार पर यीशु खटखटाता। खोलो तुम दरवाजा, वो है आना चाहता, बनना चाहता है वो, हाँ हाँ तेरा ही मेहमान, बनना चाहता है वो, हाँ हाँ तेरा ही मेहमान। तेरा रंज और फिकर वो उठाना चाहता, तेरा रंज और फिकर वो उठाना चाहता, तेरे दिल के द्वार पर खोलो तुम दरवाजा। ये मास दे दिल खुलणगे, पत्थर दे दिल नहीं खुलणगे। याद रखे किहड़े दिल खुलने ने? मास दे, जिन्हां दे दिल बदली हो चुके ने। खुशी अपनी देता, हाँ हाँ होवे तू जलाली, खुशी अपनी देता, हाँ हाँ होवे तू जलाली। रात दिन तेरे साथी वो है रहना चाहता, रात दिन तेरे साथी वो है रहना चाहता, तेरे दिल के द्वार पर यीशु खटखटाता। खोलो तुम दरवाजा, नरम आवाज से बोलता, हाँ हाँ मुँह आवाज से तेरे, नरम आवाज से बोलता, हाँ हाँ मुँह आवाज से तेरे। छोड़ो बदसलूकी, खोलो दर में आता, खोलो बदसलूकी, खोलो दर में आता, तेरे दिल के द्वार पर यीशु खटखटाता। खोलो तुम दरवाजा, वो है तेरी खातिर मैंने, हाँ हाँ पहना ताज कंडीला, तेरी मैंने हाँ हाँ पहना ताज कंडीला। तुझको अब जलाली ताज हूँ मैं पहनाता, तुझको अब जलाली ताज हूँ मैं पहनाता, तेरे दिल के द्वार पर यीशु खटखटाता। खोलो तुम दरवाजा, बेवफा ना हो तू, हाँ हाँ मेरे खून खरीदे, बेवफा ना हो तू, हाँ हाँ मेरे खून खरीदे। कर मेरा इकरार तू, मुझसे क्यों शर्माता, कर मेरा इकरार तू, मुझसे क्यों शर्माता, तेरे दिल के द्वार पर यीशु खटखटाता। खोलो तुम दरवाजा। हुण जिहदा दिल बदल चुका है, जिहदा दिल पत्थर दा सी पर हुण यीशु मसीह ने बदल दिता, उहदी दिल चों की आवाज़ निकलेगी? इहदा अगला जो असीं पढ़ते हैं, जो बोलते हैं, जो गाउने हैं, होया की कहंदा? खोलता हूँ दरवाजा, हाँ हाँ दिल का ए मसीहा, खोलता हूँ, सब करिए गाइए सब, हाँ हाँ दिल का ए सब गाइए। खोलता हूँ दरवाजा, हाँ हाँ दिल का ए मसीहा, खोलता हूँ दरवाजा, हाँ दिल का ए मसीहा। और इसमें रह
तू, मैं हूँ दिल से चाहता, और इसमें रह तू, मैं हूँ दिल से चाहता। तेरे दिल के द्वार पर यीशु खटखटाता, खोलो तुम दरवाजा, यीशु प्यारो कहता, हाँ हाँ कीमती वक्त है जाता। यीशु प्यारो कहता, हाँ हाँ कीमती वक्त है जाता। वक्त गया जो प्यारो वापस फिर नहीं आता, वक्त गया जो प्यारो वापस फिर नहीं आता। तेरे दिल के द्वार पर जल्दी नाल कहो, प्रभु मेरे दिलों को बदल, इस वक्त को अपने वास्ते बहुमूल्य बनाइए। गाना चाहता तेरे दिल के द्वार पर यीशु खटखटाता, खोलो तुम दरवाजा, वो है आना चाहता। तेरे दिल के द्वार पर यीशु खटखटाता, खोलो तुम दरवाजा, वो है आना चाहता। हालेलुया, धन्यवाद हो सर्वशक्तिमान पिता परमेश्वर। एक एक जन एक कहने दे योग हो जाए कि खोलता हूं दरवाजा, दिल का है मसीहा, और इसमें रह तू, मैं भी हूं दिल से चाहता। पिता प्रार्थना करदा इस सुंदर समय के लिए पिता परमेश्वर, अज एक बार फिर तेरे कदमां 'च असीं बैठे हैं। जिन्ने तेरे बच्चे इस समय इस रूम 'च बैठे ने, जो अपने घरां दे विच इस मोबाइल के द्वारा सुन रहे हैं, जो बाद च रिकॉर्डिंग सुननगे पिता, उन्हां सबना ते इस तेरे वचनां द्वारा वड्डी किरपा वड्डा फजल होए पिता। सबना दी चाहत, सबना दी पहल यही होवे कि पिता साडा पहला जिहड़ा बेप्रतीता दिल आ, साडा दगा देण वाला दिल, साडा बेवफाई करने वाला दिल, साडा बुरा दिल बदल दे पहला पिता तू, ताकि नवां दिल जिहड़ा मास दा होएगा उहदे विच तू आके रवेगा पिता। तू पत्थर दे दिलां च नहीं रहिंदा पिता। मैं प्रार्थना करदा तेरे बच्चे इन्हां दिनां दे विच अपने दिल ते खास ध्यान देन, अपने दिल ते खास ध्यान देन, क्योंकि जीवन दी धारां इहदे तो निकलदियां ने। बेप्रतीता दिल दूर हो जावे, मास दा नवां नरम आग्याकारी दिल आ जाए पिता। इन्हां वचनां द्वारा तू अज साडे नाल बोलिया, गलबात कीती पिता, तै दिल तो तेरा धन्नवाद करदे। गामी इसे तरह अपने वचनां दे भेत साडे उपर समय समय खोलदे रहो पिता। सब गल्लां नूं तुहाडे जोरावर हत्थां सौंप दिंदे, सब गल्लां दा आदर महिमा जलाल तुहाडे हत्थां 'च भी सौंपदे होए पिता। तुहाडे बेटे अपने प्रभु यीशु मसीह दे नाम च मंगदे हां, आमीन। हालेलुया। सब नूं जय मसीह दी। फिर वीरवार सुबह 11 बजे परमेश्वर के वचनां लैके हाजिर होवांगे। तद तक दिली परमेश्वर तुहानूं सारिआं नूं संभाले। सब नूं जय मसीह दी।